ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਜਿੰਦ ਕੌਰ, ਅਨਾਇਤ ਕੌਰ ਬੇਕਰਸਫੀਲਡ, ਮਹਿੰਦਰ ਸਿੰਘ, ਮਹਿੰਦਰ ਕੌਰ ਮੱਟੂ ਯੂਬਾ ਸਿਟੀ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 27 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ SGPC ਦੇ ਬਜਟ ਇਜਲਾਸ ਤੋਂ। SGPC ਦੇ ਬਜਟ ਇਜਲਾਸ ਦੇ ਦਰਮਿਆਨ ਕਹਿੰਦੇ ਚਰਚਾਵਾਂ ਇਹ ਵੀ ਨੇ ਵੀ ਜਥੇਦਾਰਾਂ ਦੀ ਆਮਦਨੀ ਹੋਵੇਗੀ ਤੇ ਮੈਂਬਰਾਂ ਦਾ ਵੀ ਫਿਕਰ ਪੈ ਗਿਆ ਜੀ। ਬਿਲਕੁਲ ਪ੍ਰਵੀਨ ਜੀ, ਅੱਜ 28 ਮਾਰਚ ਹੈ ਔਰ ਸਾਡੇ 28 ਮਾਰਚ ਦੀ ਸਵੇਰ ਚੜ੍ਹ ਗਈ ਹੈ। ਔਰ 28 ਮਾਰਚ ਅੱਜ ਮੈਨੂੰ ਲੱਗਦਾ ਪੰਜਾਬ ਦੇ ਲਈ ਕਈ ਨੁਕਤਿਆਂ ਤੋਂ ਅਹਿਮ ਰਹਿਣ ਵਾਲਾ ਹੈ। ਇੱਕ ਪਾਸੇ ਅੱਜ ਜੇਕਰ ਆਪਾਂ ਗੱਲ ਕਰੀਏ ਕਿਸਾਨੀ ਧਰਨਾ ਵੀ ਹੈ ਜ਼ਿਲ੍ਹਾ ਪੱਧਰ ਦੇ ਉੱਤੇ। ਦੂਸਰੇ ਪਾਸੇ ਜੇਕਰ ਗੱਲ ਕਰੀਏ ਪੰਜਾਬ ਸਰਕਾਰ ਦਾ ਜਾਂ ਪੰਜਾਬ ਵਿਧਾਨ ਸਭਾ ਦਾ ਅੱਜ ਬਜਟ ਇਜਲਾਸ ਦਾ ਆਖਰੀ ਦਿਨ ਵੀ ਹੈ। ਪਰ ਉਸ ਤੋਂ ਵੀ ਅਹਿਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਇਜਲਾਸ ਹੈ। ਪਰ ਜੇਕਰ ਤਾਂ ਇਹ ਬਜਟ ਇਜਲਾਸ ਦੇ ਹਵਾਲੇ ਨਾਲ ਦੇਖਣਾ ਹੋਵੇ ਤਾਂ ਬਜਟ ਪਾਸ ਕਰਾਉਣ ਦੇ ਵਿੱਚ SGPC ਨੂੰ ਕੋਈ ਦਿੱਕਤ ਨਹੀਂ ਆਉਣ ਵਾਲੀ। ਹੋ ਸਕਦਾ ਕਿ ਉੱਥੇ ਗਿਣਤੀ ਵਾਲੇ ਮਸਲੇ ਤੇ ਕੋਈ ਫਿਕਰ ਨਾ ਹੋਵੇ ਬਾਦਲ ਧਿਰ ਨੂੰ, ਅੰਤਰਿਮ ਕਮੇਟੀ ਨੂੰ ਵੀ, ਉਹ ਪਾਸ ਹੋ ਜਾਏਗਾ। ਸਵਾਲ ਹੈ ਕਿ ਉਸ ਬਜਟ ਇਜਲਾਸ ਦੌਰਾਨ ਸਿੰਘ ਸਾਹਿਬਾਨਾਂ ਦੀ ਬਹਾਲੀ ਵਾਲਾ ਮਸਲਾ, ਸਿੰਘ ਸਾਹਿਬਾਨਾਂ ਦੀ ਨਿਯੁਕਤੀ ਔਰ ਸੇਵਾ ਮੁਕਤੀ ਵਾਲਾ ਮੁੱਦਾ, ਇਸ ਮੁੱਦੇ ਤੇ ਬਾਦਲ ਧਿਰ ਲਈ ਚੁਣੌਤੀ ਖੜੀ ਹੋ ਸਕਦੀ ਹੈ। ਉਹ ਚੁਣੌਤੀ ਉਹਨਾਂ ਨੂੰ ਅੰਦਰ ਵੀ, ਬੈਠਕ ਦੇ ਦੌਰਾਨ ਵੀ, ਇਜਲਾਸ ਦੌਰਾਨ ਵੀ ਤੇ ਬਾਹਰ ਵੀ। ਜੇਕਰ ਇਸ ਨੂੰ ਤੁਸੀਂ 2-3 ਨੁਕਤਿਆਂ ਤੋਂ ਸਮਝਣਾ ਹੋਵੇ ਪ੍ਰਵੀਨ ਜੀ, ਤਾਂ ਪਹਿਲਾ ਪਹਿਲੂ ਤਾਂ ਇਹ ਹੈ ਕਿ ਬਾਬਾ ਹਰਨਾਮ ਸਿੰਘ ਧੂਮਾ ਨੇ ਜਿਸ ਤਰ੍ਹਾਂ ਐਲਾਨ ਕੀਤਾ ਸੀਗੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਇਕੱਠ ਕਰਾਂਗੇ ਜੀ, ਤਿੰਨੋਂ ਜਥੇਦਾਰਾਂ ਦੀ ਬਹਾਲੀ ਹੋਣੀ ਚਾਹੀਦੀ ਹੈ ਜੀ, ਇਸ ਤਰੀਕੇ ਦੇ ਨਾਲ ਸਾਰੀਆਂ ਸੰਪਰਦਾਵਾਂ ਸਾਡੇ ਨਾਲ ਆਉਣਗੀਆਂ, ਸੰਤ ਸਮਾਜ ਨਾਲ ਆਊਗਾ, ਨਿਹੰਗ ਜਥੇਬੰਦੀਆਂ ਆਉਣਗੀਆਂ। ਬਾਦਲ ਧਿਰ ਲਗਾਤਾਰ ਬਾਬਾ ਹਰਨਾਮ ਸਿੰਘ ਧੂਮਾ ਨੂੰ ਮਨਾਉਣ ਦੀ, ਸਮਝਾਉਣ ਦੀ, ਆਪਣੇ ਨਾਲ ਲਿਆਉਣ ਦੀ ਕੋਸ਼ਿਸ਼ਾਂ 'ਚ ਲੱਗਾ ਹੋਇਆ, ਕਿਉਂਕਿ ਲੰਮਾ ਸਮਾਂ ਇਹਨਾਂ ਨਾਲ ਰਹੇ ਨੇ ਤੇ ਪਰ ਕਹਿੰਦੇ ਕਿ ਧੂਮਾ ਹੋਰੀ ਕਹਿੰਦੇ ਨੇ ਕਿ ਤੁਸੀਂ ਬਹੁਤ ਮਜ਼ਾਕ ਉਡਾਇਆ ਪੰਥਕ ਏਕਤਾ ਵਾਲੇ ਸਾਡੇ ਇਕੱਠ ਦਾ, ਤੇ ਹੁਣ ਤਾਂ ਇਕੱਠ ਕਰਕੇ ਦਿਖਾਉਣਾ ਪਹਿਲਾਂ, ਫਿਰ ਉਸ ਤੋਂ ਬਾਅਦ ਗੱਲ ਕਰਾਂਗੇ। ਪਰ ਜਿਹੜੀ ਧਿਰ ਬਾਦਲ ਧਿਰ ਦੇ ਉਲਟ ਖੜੀ ਆ, ਸੁਧਾਰ ਲਹਿਰ ਹੈ ਜਾਂ ਹੋਰ ਜਥੇਬੰਦੀਆਂ ਨੇ, ਉਹ ਵੀ ਇਸ ਕਾਰਵਾਈ ਨੂੰ ਬਾਬਾ ਧੂਮਾ ਦੀ ਨੂੰ ਦਰੁਸਤ ਨਹੀਂ ਮੰਨ ਰਹੀਆਂ। ਪ੍ਰਵੀਨ ਜੀ, ਤੇਜਾ ਸਿੰਘ ਸਮੁੰਦਰੀ ਹਾਲ ਸ਼੍ਰੀ ਦਰਬਾਰ ਸਾਹਿਬ ਦੇ ਗਲਿਆਰੇ 'ਚ ਆਉਂਦਾ। ਹਾਂਜੀ ਬਿਲਕੁਲ। ਤੇ ਦਰਬਾਰ ਸਾਹਿਬ ਦੇ ਗਲਿਆਰੇ ਦੇ ਹਵਾਲੇ ਨਾਲ ਤੁਸੀਂ ਧਰਨਾ ਤੇਜਾ ਸਿੰਘ ਸਮੁੰਦਰੀ ਹਾਲ ਦੇ ਨਾਂ ਤੇ ਜੇ ਲਾ ਰਹੇ ਹੋ ਤਾਂ ਦਰਬਾਰ ਸਾਹਿਬ ਦੇ ਮੂਹਰੇ ਲਾ ਰਹੇ ਹੋ ਨਾ। ਤੇ ਇਹ ਸ਼ੋਭਦਾ ਨਹੀਂ ਹੈ। ਉਹ ਥਾਂ ਧਰਨਿਆਂ, ਮੁਜ਼ਾਹਰਿਆਂ, ਪ੍ਰਦਰਸ਼ਨਾਂ ਵਾਲੀ ਥਾਂ ਨਹੀਂ ਹੈ। ਬਿਲਕੁਲ। ਤੋ ਇਸ ਲਈ ਇਸ ਪਹਿਲੂ ਦੇ ਉੱਤੇ ਕਿਤੇ ਨਾ ਕਿਤੇ ਗੌਰ ਕਰਨ ਦੀ ਲੋੜ ਹੈ, ਤੁਮਾਰੋਂ ਨੂੰ ਮੁੜ ਵਿਚਾਰ ਕਰਨ ਦੀ ਲੋੜ ਹੈ। ਔਰ ਇਹ ਸਾਰੀਆਂ ਧਿਰਾਂ ਦਾ ਇਹ ਮੰਨਣਾ ਹੈ, ਚਾਹੇ ਉਹ ਬਾਦਲ ਧਿਰ ਨਾਲ ਸਹਿਮਤ ਨੇ ਚਾਹੇ ਅਸਹਿਮਤ ਨੇ, ਉਹਨਾਂ ਦਾ ਵੀ, ਕਿ ਇਹ ਠੀਕ ਨਹੀਂ ਗਾ। ਜੇਕਰ ਇਹ ਵਰਤਾਰਾ ਹੋ ਗਿਆ ਤਾਂ ਇਹ ਤੋਂ ਬਾਅਦ ਰੂਟੀਨ ਨਾ ਬਣ ਜਾਵੇ, ਕਿਤੇ ਆਦਤ ਨਾ ਪੈ ਜਾਵੇ, ਹੋਰ ਤਰ੍ਹਾਂ ਵੀ ਕੱਲ ਨੂੰ ਆ ਕੇ ਲਾਉਣ ਲੱਗ ਜਾਣਗੇ, ਫਿਰ ਇਹ ਧਰਨਾ ਸਥਲ ਨਾ ਬਣ ਜਾਵੇ। ਸੋ ਇਹ ਸ਼ੋਭਦਾ ਨਹੀਂ ਹੈ। ਪਰ ਉਹਦੇ ਬਾਵਜੂਦ ਵੀ ਧੂਮਾ ਹੋਰੀ ਆਪਣੀ ਗੱਲ ਤੇ ਅੜੇ ਹੋਏ ਨੇ। ਇਸ ਲਈ ਇੱਕ ਚੁਣੌਤੀ ਤਾਂ ਇਹ ਹੈ। ਤੇ ਦੂਸਰਾ, ਜੇ ਇਕੱਠ ਕਿਸ ਰੂਪ 'ਚ ਹੁੰਦਾ ਤੇ ਤਕਰੀਰਾਂ ਕਿਹੋ ਜਿਹੀਆਂ ਹੁੰਦੀਆਂ, ਇਹ ਦੇਖਣ ਵਾਲੀ ਗੱਲ। ਫਿਰ ਆ ਜੀ ਆਪਾਂ ਅੰਦਰ ਵਾਲਾ ਪਹਿਲੂ। ਅੰਦਰ ਦੋ ਤਰ੍ਹਾਂ ਦੀ ਚੁਣੌਤੀ ਹੈ ਬਾਦਲ ਧਿਰ ਨੂੰ। ਖਾਸ ਕਰਕੇ ਮੈਂ ਜਿਵੇਂ ਗੱਲ ਕੀਤੀ ਕਿ ਬਜਟ ਵਾਲੇ ਮਸਲੇ ਤੇ ਸ਼ਾਇਦ ਚੁਣੌਤੀ ਕੋਈ ਨਾ ਆਵੇ, ਪਰ ਜਿਹੜੇ 42 ਮੈਂਬਰਾਂ ਨੇ ਲਿਖ ਕੇ ਦਿੱਤਾ ਹੋਇਆ ਹੈ ਕਿ ਸਿੰਘ ਸਾਹਿਬਾਨ ਦੀ ਬਹਾਲੀ ਜਾਂ ਨਿਯਮਾਵਲੀ ਜਾਂ ਸਿਧਾਂਤ,
ਉਹਦੇ ਤੇ ਜੇ ਵੱਖਰਾ ਮਤਾ ਲਿਆਂਦਾ ਜਾਂਦਾ ਤਾਂ ਉੱਥੇ ਗਿਣਤੀ ਮਿਣਤੀ ਦਾ ਖੇਡ ਵੀ ਵਿਗੜਨ ਦੀ ਸੰਭਾਵਨਾ, ਜਦੋਂ ਕਿ ਜਿਸ ਤਰ੍ਹਾਂ ਸੁਖਬੀਰ ਬਾਦਲ ਖੁਦ ਮੋਰਚਾ ਸੰਭਾਲ ਕੇ ਬੈਠੇ ਨੇ, ਸਿੱਧੀ ਮੈਂਬਰਾਂ ਨਾਲ ਰਾਬਤਾ ਕਰ ਰਹੇ ਨੇ, ਮਨਾ ਰਹੇ ਨੇ, ਸਮਝਾ ਰਹੇ ਨੇ, ਉਹਨਾਂ ਨੂੰ ਚੇਤੇ ਕਰਾ ਰਹੇ ਨੇ ਕਿ ਤੁਹਾਡੇ ਲਈ ਕਿਹੜੀਆਂ ਅਸੀਂ ਸੇਵਾਵਾਂ ਉਪਲਬਧ ਕਰਾਉਂਦੇ ਆ, ਕੀ ਕਰਦੇ ਆ, ਉਸ ਹਿਸਾਬ ਨਾਲ ਤਾਂ ਸ਼ਾਇਦ ਉਹ ਸੈਟਲ ਕਰ ਜਾਣ। ਤੇ ਧਾਮੀ ਹੋਰਾਂ ਨੂੰ ਜਿਵੇਂ ਸੈਨਾਪਤੀ ਬਣਾ ਕੇ ਵਾਪਸ ਲਿਆਂਦਾ ਤੇ ਮੋਰਚੇ ਤੇ ਸਭ ਤੋਂ ਮੂਹਰੇ ਤੈਨਾਤ ਕੀਤਾ, ਉਹ ਲੱਗੇ ਹੋਏ ਨੇ ਇਸ ਦੇ ਲਈ ਬੈਟਿੰਗ ਕਰਨ। ਪਰ ਜਿਹੜਾ ਪਹਿਲੂ ਇਹਦੇ ਵਿੱਚ ਮੈਂਬਰਾਂ ਵਾਲਾ ਹੈਗਾ, 191 ਮੈਂਬਰਾਂ ਦਾ ਇਹ ਹਾਊਸ ਹੈ। ਮਤਲਬ 2011 ਤੋਂ ਬਾਅਦ ਮੁੜ ਕੇ ਚੋਣ ਨਹੀਂ ਹੋਈ। 14-15 ਸਾਲ, ਮਤਲਬ 14 ਸਾਲ ਦਾ ਵਕਫਾ ਲਗਭਗ ਹੋ ਗਿਆ ਕਿ ਉਸ ਤਰ੍ਹਾਂ ਚੋਣ ਨਹੀਂ ਹੋਈ। ਤਾਂ ਇਸ ਸਭ ਦੇ ਦਰਮਿਆਨ 191 ਮੈਂਬਰਾਂ ਵਾਲੇ ਹਾਊਸ ਦੇ ਵਿੱਚ 185 ਮੈਂਬਰ ਚੁਣ ਕੇ ਆਉਂਦੇ ਨੇ, ਜਿਹੜੇ ਵੋਟਾਂ ਰਾਹੀਂ ਐਸਜੀਪੀਸੀ ਦੇ ਨੁਮਾਇੰਦੇ ਬਣ ਕੇ ਆਉਂਦੇ ਨੇ, ਮੈਂਬਰ ਬਣ ਕੇ ਆਉਂਦੇ ਨੇ। ਉਹ 185 ਮੈਂਬਰਾਂ ਚੋਂ ਇਹਨਾਂ 14 ਵਰਿਆਂ ਦੇ ਦਰਮਿਆਨ 31 ਦੇ ਕਰੀਬ ਮੈਂਬਰ ਅਕਾਲ ਚਲਾਣਾ ਕਰ ਚੁੱਕੇ ਨੇ। ਠੀਕ ਹੈ। ਔਰ 4 ਮੈਂਬਰ ਸ਼ਾਇਦ ਅਸਤੀਫਾ ਦੇ ਚੁੱਕੇ ਨੇ। ਇੰਜ 35 ਦੀ ਗਿਣਤੀ ਸਿੱਧੀ ਹੈ ਜਿਹੜੇ ਹੁਣ ਇਸ ਹਾਊਸ ਦੇ ਵਿੱਚ ਨਹੀਂ ਹੋਣਗੇ। ਤੇ 185 ਚੋਂ 35 ਕੱਢਿਆ, 150 ਬਚਦਾ ਪਿੱਛੇ। ਤੇ 150 ਚੋਂ ਵੀ ਕਹਿੰਦੇ ਦਰਜਨ 1.5 ਦਰਜਨ ਦੇ ਕਰੀਬ ਵਿਦੇਸ਼ਾਂ 'ਚ ਬੈਠੇ ਨੇ, ਜਾਂ ਇਸ ਸਥਿਤੀ 'ਚ ਨੇ ਉਮਰ ਦਰਾਜ਼ ਦੀ ਕਿ ਉੱਥੋਂ ਇਕੱਲੇ ਆ ਨਹੀਂ ਸਕਦੇ, ਨਾਲ ਕਿਸੇ ਨੇ ਛੁੱਟੀ ਲੈ ਕੇ ਆਉਣਾ ਨਹੀਂ। ਚਲੋ ਕਿੰਨੇ ਦੀ ਟਿਕਟ ਦੀ ਸੈਟਿੰਗ ਹੋ, ਕੀ ਨਹੀਂ ਹੋਏ ਪਤਾ ਨਹੀਂ। ਸੋ ਜੇਕਰ ਇਹ ਗਿਣਤੀ ਜਾ ਕੇ 130-40 ਦੇ ਨੇੜੇ ਤੇੜੇ ਵੀ ਖੜੀ ਹਾਊਸ ਮਨਜ਼ੂਰੀ ਦੀ, ਹੈ ਨਾ, ਤਾਂ ਫਿਰ 65-70 ਤੇ ਕੋਈ ਵੀ ਖੇਡ ਹੋ ਸਕਦੀ ਹੈ। ਤੇ ਅਗਲੇ 42 ਦੀ ਚਿੱਠੀ ਚੱਕੀ ਫਿਰਦੇ ਨੇ। ਤੇ ਉਹ ਇਹ ਵੀ ਦਮ ਭਰਦੇ ਨੇ, ਬੀਬੀ ਕਰਨਜੋਤ ਕੌਰ ਹੋਰਾਂ ਦੇ ਹਵਾਲੇ ਨਾਲ ਚਿੱਠੀ ਜਾਂਦੀ ਆ, ਦੂਸਰੇ ਮੈਂਬਰ ਵੀ ਲੱਗੇ ਨੇ, ਹੈਨਾ। ਉਹ ਕਹਿੰਦੇ ਵੀ ਹੁਣ ਅਸੀਂ ਪ੍ਰਧਾਨਗੀ ਨਹੀਂ ਲਈ ਤਾਂ ਵੋਟਾਂ ਮੰਗ ਨਹੀਂ ਰਹੇ ਕਿ ਬੀਬੀ ਜਗੀਰ ਕੌਰ ਨੂੰ ਪਾ ਦਿਓ ਜਾਂ ਘੁੰਨਸ ਨੂੰ ਪਾ ਦਿਓ, ਹੈਨਾ। ਹੁਣ ਤਾਂ ਕਹਿੰਦੇ ਅਸੀਂ ਕੌਮ ਦੇ ਮੁੱਦੇ ਤੇ, ਸਿਧਾਂਤ ਤੇ, ਤਰਕ ਦੇ ਆਧਾਰ ਤੇ ਸਮਰਥਨ ਭਾਲਦੇ ਹਾਂ। ਤੇ ਉੱਥੇ ਕਈਆਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਚਿੱਠੀ ਤੇ ਦਸਤਖਤ ਨਹੀਂ ਕਰਦੇ, ਪਰ ਅੰਦਰ ਅਸੀਂ ਤੁਹਾਡੇ ਨਾਲ ਖੜ ਜਾਾਂਗੇ। ਸੋ ਇਸ ਲਈ ਇਹ ਬਾਦਲ ਧਿਰ ਲਈ ਚੁਣੌਤੀ ਹੈ। ਫਿਰ ਉਹ ਐਸਜੀਪੀਸੀ ਵੀ ਆਪਣੇ ਹੱਥੋਂ ਗਵਾਉਣਾ ਨਹੀਂ ਚਾਹੁੰਦੀ, ਉਹ ਦਬਦਬਾ ਬਣਾ ਕੇ ਵੀ ਰੱਖਣਾ ਚਾਹੁੰਦੀ ਹੈ। ਇਸੇ ਲਈ ਧਾਮੀ ਨੂੰ ਲਿਆਂਦਾ ਵੀ ਹੈ, ਤੇ ਸ਼ਾਇਦ ਧਾਮੀ ਨੂੰ ਭੇਜਿਆ ਵੀ ਇਸ ਲਈ ਸੀ ਕਿ ਪਹਿਲਾਂ ਅਸੀਂ ਕੰਮ ਕਰ ਲਈਏ, ਫਿਰ ਤੁਸੀਂ ਮੈਨੇਜ ਕਰ ਲਈ ਆ ਜਿਓ। ਹੁਣ ਇਹ ਸਭ ਦੇ ਵਿੱਚ 185 ਤੋਂ ਬਿਨਾਂ ਜਿਹੜੀ ਬਾਕੀ ਮੈਂਬਰਾਂ ਦੀ ਮੌਜੂਦਗੀ ਹੁੰਦੀ ਹੈ, ਉਹਦੇ ਵਿੱਚ ਨਾਮਜ਼ਦ ਮੈਂਬਰ ਵੀ ਨੇ। ਉਹ 'ਚ 5 ਤਖਤਾਂ ਦੇ ਜਥੇਦਾਰ ਸਾਹਿਬਾਨ ਵੀ ਨੇ, ਸ਼੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਵੀ ਨੇ ਜੀ। ਹੁਣ ਜਦੋਂ 5 ਤਖਤਾਂ ਦੇ ਜਥੇਦਾਰ ਸਾਹਿਬਾਨ ਔਰ ਹੈੱਡ ਗ੍ਰੰਥੀ ਦੀ ਗੱਲ ਆਉਂਦੀ ਆ, ਤਾਂ ਪ੍ਰਵੀਨ ਜੀ ਸਿੱਧਾ ਜਾ ਕੇ ਇਸ ਮੌਕੇ ਸ਼੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਗਿਆਨੀ ਰਘੁਵੀਰ ਸਿੰਘ, ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ। ਜਿਹੋ ਜਿਹੇ ਦੋਸ਼ ਲਾ ਕੇ, ਜਿਹੋ ਜਿਹੇ ਉਹਨਾਂ ਦੇ ਉੱਤੇ ਸਵਾਲੀਆ ਚਿੰਨ੍ਹ ਲਾ ਕੇ ਤੁਸੀਂ ਉਹਨਾਂ ਨੂੰ ਤੋਰਿਆ, ਹੈ ਨਾ, ਉਸ ਸਥਿਤੀ 'ਚ ਬਤੌਰ ਹੈੱਡ ਗ੍ਰੰਥੀ ਉਹ ਸ਼ਾਇਦ ਇਸ ਵਾਰ ਹਾਜ਼ਰ ਨਾ ਹੋਣ ਇਸ ਇਜਲਾਸ ਦੇ ਵਿੱਚ। ਉਹ ਇਹ ਤੋਂ ਕੰਨੀ ਹੀ ਕਤਰਾਉਣ ਕਿ ਉੱਥੇ ਪਤਾ ਨਹੀਂ ਫਿਰ ਕੀ ਘੁੰਤਰਾਂ ਛੇੜਨਗੇ, ਕਿਹੜੀਆਂ ਚੋਭਾਂ ਮਾਰਨਗੇ, ਇੱਕ ਦੂਜੇ ਨੂੰ ਕੀ ਬੋਲਣਗੇ, ਉਹ 'ਚ ਮੇਰਾ ਵੀ ਨਾ ਘੜੀਸਣਗੇ ਆਪਾਂ, ਪਰ ਜੋ ਸੰਭਾਵਨਾ ਹੈਗੀ ਆ ਜੀ ਕਿ ਉਹ ਨਹੀਂ ਆਉਣਗੇ। ਹੁਣ ਉਸ ਤੋਂ ਬਾਅਦ 5 ਤਖਤਾਂ ਦੇ ਜਥੇਦਾਰ, ਤਖਤ ਸ੍ਰੀ ਹਜ਼ੂਰ ਸਾਹਿਬ ਤੇ ਤਖਤ ਸ੍ਰੀ ਪਟਨਾ ਸਾਹਿਬ, ਇਹਨਾਂ ਦੋਵਾਂ ਤਖਤਾਂ ਦੇ ਜਥੇਦਾਰ ਲੰਮੇ ਸਮੇਂ ਤੋਂ ਇਸ ਪ੍ਰਕਿਰਿਆ 'ਚ ਹਿੱਸਾ ਨਹੀਂ ਲੈ ਰਹੇ। ਜੇ 5 ਸਿੰਘ ਸਾਹਿਬਾਨ ਦੀ ਬੈਠਕ ਹੁੰਦੀ ਆ, ਉਹਨਾਂ ਦੀ ਥਾਂ ਤੇ ਹੈੱਡ ਗ੍ਰੰਥੀ ਨੂੰ ਜਾਂ ਕਿਸੇ ਹੋਰ ਸਿੰਘ ਨੂੰ ਨਾਲ ਲੈਣਾ ਪੈਂਦਾ। ਸੋ ਤਾਂ ਉਹ 5 ਮੈਂਬਰਾਂ ਦੀ ਗਿਣਤੀ ਪੂਰੀ ਕੀਤੀ ਜਾਂਦੀ ਹੈ 5 ਸਿੰਘ ਸਾਹਿਬਾਨ ਦੀ। ਸੋ ਉਸ ਸਥਿਤੀ 'ਚ ਉਹ 2 ਤਾਂ ਲੰਮੇ ਸਮੇਂ ਤੋਂ ਹੀ ਨਹੀਂ ਆ ਰਹੇ। ਤੇ ਫਿਰ ਤਖਤ ਸ੍ਰੀ ਦਮਦਮਾ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ। ਹੁਣ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਜਿਹੜੇ ਸੀਗੇ ਪਹਿਲਾਂ, ਜਿਹਦੀ ਬਹਾਲੀ ਲਈ ਮਤਲਬ ਕਿ ਲੜਾਈ ਲੜੀ ਜਾ ਰਹੀ ਹੈ, ਗਿਆਨੀ ਹਰਪ੍ਰੀਤ ਸਿੰਘ, ਉਹ ਹੁਣ ਰਾਜਨੀਤਿਕ ਤੌਰ ਤੇ ਅਕਾਲੀ ਦਲ ਦੀ ਪਰਚੀ ਕਟਾ ਚੁੱਕੇ ਨੇ। ਤੇ ਜਿਹਨੂੰ ਸੇਵਾ ਸੌਂਪੀ ਸੀ, ਜਿਹਨੂੰ ਨਿਯੁਕਤ ਕੀਤਾ ਸੀ ਬਾਬਾ ਟੇਕ ਸਿੰਘ ਧਨੌਲਾ, ਉਹਨੇ ਜੇ ਸੇਵਾ ਸੰਭਾਲੀ ਨਹੀਂ, ਜਾਂ ਜਿਨ੍ਹਾਂ ਨੇ ਸੇਵਾ ਦਿੱਤੀ ਸੀ ਉਹਨਾਂ ਨੇ ਸੇਵਾ ਜੇ ਕਰਨ ਨੂੰ ਆਗਿਆ ਨਹੀਂ ਦਿੱਤੀ, ਇਸ ਲਈ ਉਹ ਨਹੀਂ ਆਏ ਜੀ। ਸੋ ਉੱਥੇ ਬਦਲੀ ਦੀ ਤਿਆਰੀ ਹੈ। ਫਿਰ ਉੱਥੇ ਦੀ ਨੁਮਾਇੰਦਗੀ ਕਰਨ ਵਾਲਾ ਤਾਂ ਕੋਈ ਵੀ ਨਹੀਂ ਆ ਰਿਹਾ, ਫਿਰ ਉੱਥੋਂ ਕਿਹਨੇ ਆਉਣਾ? ਫਿਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਜਿਹੜੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੇ, ਹੈ ਨਾ, ਪੁਰਾਣੇ ਜਥੇਦਾਰ ਸਾਹਿਬ ਦੀ ਬਹਾਲੀ ਦੀ ਮੰਗ ਚੱਲਦੀ ਆ, ਉਹਨਾਂ ਨੂੰ ਹਟਾ ਦਿੱਤਾ ਗਿਆ ਬਾਬਾ ਮਤਲਬ ਕਿ ਗਿਆਨੀ ਸੁਲਤਾਨ ਸਿੰਘ ਹੋਰਾਂ ਨੂੰ, ਤੇ ਹੁਣ ਗਿਆਨੀ ਕੁਲਦੀਪ ਸਿੰਘ ਗੜਗੱਜ ਉੱਥੋਂ ਦੇ ਜਥੇਦਾਰ ਨੇ। ਬਿਲਕੁਲ ਉਹਨਾਂ ਕੋਲੇ ਵਾਧੂ ਚਾਰਜ ਤਖਤ ਸ੍ਰੀ ਅਕਾਲ ਤਖਤ ਸਾਹਿਬ ਦਾ ਵੀ ਹੈ। ਸੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਫਿਲਹਾਲ ਇੱਕੋ ਨੇ, ਗਿਆਨੀ ਕੁਲਦੀਪ ਸਿੰਘ ਗੜਗੱਜ। ਗਿਆਨੀ ਸੁਲਤਾਨ ਸਿੰਘ ਆਉਣਗੇ ਨਹੀਂ, ਗਿਆਨੀ ਰਘੁਵੀਰ ਸਿੰਘ ਕੋਲ ਸੇਵਾ ਹੈ ਨਹੀਂ ਗੀ, ਉਹ ਹੈੱਡ ਗ੍ਰੰਥੀ ਨੇ ਉਧਰੋਂ ਵੀ ਨਹੀਂ ਆ ਰਹੇ, ਤਾਂ ਲੈ ਦੇ ਕੇ ਬਚਿਆ ਕੌਣ? ਗਿਆਨੀ ਕੁਲਦੀਪ ਸਿੰਘ ਗੜਗੱਜ ਜੀ। ਤੇ ਜੇ ਉਹ ਆਉਂਦੇ ਨੇ, ਫਿਰ ਮੈਂਬਰਾਂ 'ਚ ਰੋਹ ਵੱਧ ਜਾਗਣ ਦਾ ਖਤਰਾ ਖੜਾ।
ਮੈਂਬਰਾਂ 'ਚ ਰੋਸਾ ਵੱਧ ਪਣਪਣ ਦਾ ਖਤਰਾ ਖੜਾ ਹੈ ਨਾ। ਟਕਰਾਅ ਸਿੱਧਾ ਹੋ ਸਕਦਾ ਬਾਦਲ ਧਿਰ ਦਾ ਤੇ ਦੂਜੇ ਮੈਂਬਰਾਂ ਦਾ। ਸੋ ਇਸ ਟਕਰਾਅ ਤੋਂ ਵੀ ਬਾਦਲ ਧਿਰ SGPC ਦੀ ਅੰਤਰਿੰਗ ਕਮੇਟੀ ਧਾਮੀ ਹੋਰਾਂ ਦੀ ਟੀਮ ਬਚਣਾ ਚਾਹੁੰਦੀ ਹੈ। ਸੋ ਕੀ ਉਹ ਆਪ ਹੀ ਬੇਨਤੀ ਕਰਨਗੇ ਗਿਆਨੀ ਕੁਲਦੀਪ ਸਿੰਘ ਗੜਗੱਜ ਸਾਹਿਬ ਨੂੰ ਕਿ ਅੱਜ ਦਾ ਦਿਨ ਤੁਸੀਂ ਰਹਿਣ ਦਿਓ? ਸੋ ਇਸ ਸਥਿਤੀ 'ਚ ਨਾ ਹੈਡ ਗ੍ਰੰਥੀ ਤੇ ਨਾ ਮਤਲਬ ਕਿ ਸਿੰਘ ਸਾਹਿਬ, ਜਦੋਂ ਕਿ ਆਉਣਾ ਬਣਦਾ, ਸਿਧਾਂਤਕ ਤੌਰ ਤੇ ਆਉਣਾ ਬਣਦਾ, ਔਰ ਹੋ ਸਕਦਾ ਗਿਆਨੀ ਕੁਲਦੀਪ ਸਿੰਘ ਗੜਗੱਜ ਜਿਸ ਰੋਚ ਹੁਣ ਚੱਲ ਰਹੇ ਨੇ, ਉਹ ਜਿਸ ਤਰ੍ਹਾਂ ਦੇ ਉਹ ਬੋਲ ਰਹੇ ਨੇ, ਜੇਕਰ ਬਿਲਕੁਲ ਉਸ ਪਾਏ ਤੇ ਹੋਣਗੇ ਤਾਂ ਆ ਵੀ ਸਕਦੇ ਆ। ਪਰ ਬਾਦਲ ਧਿਰ ਲਈ ਇਹ ਕਾਫੀ ਫਿਕਰਮੰਦੀ ਵਾਲੀ ਸਥਿਤੀ ਹੈਗੀ ਆ, ਖਾਸ ਕਰਕੇ ਬਜਟ ਤੋਂ ਬਿਨਾਂ ਬਾਕੀ ਪਹਿਲੂਆਂ ਦੇ ਉੱਤੇ। ਉਸੇ ਦੀ ਘਾਟ ਦੇ ਲਈ ਧਾਮੀ ਸਾਹਿਬ ਨੇ ਫਾਰਮੂਲਾ ਵੀ ਕੱਢਿਆ ਸੀ ਕਿ ਮੈਂ ਜੀ 5 ਮੈਂਬਰੀ ਕਮੇਟੀ ਬਣਾ ਲਾਂਗੇ, ਆਪਾਂ ਸਾਂਝੇ ਤੌਰ ਤੇ ਚੁਣਿਆ ਕਰਾਂਗੇ, ਜਥੇਦਾਰ ਸਾਹਿਬਾਨ ਤੋਰਨ ਲੱਗੇ ਮਾਨ ਸਨਮਾਨ ਦੀ ਵਿਧਾ ਅਪਣਾਵਾਂਗੇ। ਸੋ ਉਹਨੂੰ ਮਾਮਲੇ ਨੂੰ ਟੈਕਲ ਕਰਨ ਦੀ ਕੋਸ਼ਿਸ਼ ਹੈ। ਪਰ ਅੱਜ ਹਗਾਮਾ ਭਰਪੂਰ ਰਹੇਗਾ। ਦੁਪਹਿਰ ਤੋਂ ਸ਼ੁਰੂ ਹੋਣ ਤੋਂ ਪਹਿਲਾਂ 12 ਵਜੇ, ਅੱਜ ਦੇ 12 ਵਜੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਮ ਤੇ ਬਜਟ ਇਜਲਾਸ ਸ਼ੁਰੂ ਹੋਣਾ। ਸੋ ਜਿਹਦੀ ਪੂਰੀ ਆਸ ਹੈ ਕਿ ਬਜਟ ਤਾਂ ਵਾਧੇ ਵਾਲਾ ਆਊਗਾ, ਪਰ ਮੈਂਬਰਾਂ ਦੀ ਗਿਣਤੀ ਕਿਤੇ ਬਾਦਲ ਧਿਰ ਦੀ ਪਹਿਲਾਂ ਨਾਲ ਹੋਰ ਨਾ ਘਟ ਜਾਵੇ। ਬਿਲਕੁਲ ਸਹੀ ਕਿਹਾ ਤੁਸੀਂ। ਇਸੇ ਦਰਮਿਆਨ ਜਿਹੜੀ ਇੱਕ ਧਿਰ ਦੇ ਬਾਰੇ ਤੁਸੀਂ ਚਰਚਾ ਕਰ ਰਹੇ ਸੀਗੇ, ਉਸ ਨੂੰ ਛੋਇਆ ਵੀ ਹੈ ਤੁਸੀਂ ਕਮੇਟੀ ਦੇ ਹਵਾਲੇ ਦੇ ਨਾਲ। ਭੂੰਦੜ ਦੀ ਜਿਹੜੀ ਏਕਤਾ ਵਾਲੀ ਅਪੀਲ ਹੈ, ਕਹਿੰਦੇ ਇਹਦੇ ਚੋਂ ਵੀ ਕੋਈ ਸਿਆਸੀ ਝਲਕਾਰਾ ਪੈਂਦਾ ਜੀ? ਦੇਖੋ, ਸਿਆਸੀ ਧਿਰਾਂ 'ਚ ਜੇ ਸਿਆਸੀ ਝਲਕਾਰਾ ਨਾ ਪਵੇ ਫਿਰ ਉਹ ਸਿਆਸਤਦਾਨ ਕਾਹਦੇ? ਬਿਲਕੁਲ ਸਹੀ ਹੈ ਜੀ। ਔਰ ਜਿਹੇ ਜੇ ਚਾਬੀ ਵਾਲੇ ਖਿਡੌਣੇ ਨੇ, ਫਿਰ ਉੱਥੇ ਤਾਂ ਫਿਰ ਜੋ ਚਾਬੀ ਭਰੀ ਜਾਊਗੀ ਉਸ ਹਿਸਾਬ ਨਾਲ ਚੱਲਣਾ ਪੈਂਦਾ। ਅਗਲਿਆਂ ਨੂੰ ਕਾਰਜਕਾਰੀ ਪ੍ਰਧਾਨਗੀ ਮਿਲੀ ਹੋਈ ਹੈ, ਕਈ ਵਾਰ ਗਾਹੇ ਬਗਾਹੇ ਦੁਖੜਾ ਰੋ ਲੈਂਦੇ ਨੇ ਆਪਣੇ ਕਈ ਸਾਥੀਆਂ ਦੇ ਮੋਢੇ ਸਿਰ ਰੱਖ ਕੇ ਕਾਹਦੀ ਕਾਰਜਕਾਰੀ ਪ੍ਰਧਾਨਗੀ ਜੀ, ਪ੍ਰਧਾਨਗੀ ਤਾਂ ਕਰਨ ਨਹੀਂ ਦਿੰਦੇ ਮੈਨੂੰ। ਸੋ ਪਰ ਫਿਰ ਵੀ ਬਲਵਿੰਦਰ ਸਿੰਘ ਭੁੰਦੜ ਹੋਰਾਂ ਨੂੰ ਅੱਜ ਦੀ ਤਰੀਕ ਦੇ ਵਿੱਚ ਇਹ ਮੰਨਿਆ ਜਾਂਦਾ ਕਿ ਧਾਮੀ ਤੇ ਭੁੰਦੜ ਹੋਰੀ ਇੱਕ ਸੁਰ 'ਚ ਨੇ ਤੇ ਸੁਖਬੀਰ ਬਾਦਲ ਦੇ ਬਾਕੀ ਸਾਥੀ ਇੱਕ ਸੁਰ 'ਚ ਨੇ। ਠੀਕ ਹੈ ਜੀ। ਤੇ ਉਹਨਾਂ ਦੇ ਅੰਦਰ ਵੀ ਦੋ ਧੜੇ ਨੇ। ਪ੍ਰੈਸ ਕਾਨਫਰੰਸ ਦੇ ਵਿੱਚ ਬਲਵਿੰਦਰ ਸਿੰਘ ਭੁੰਦੜ ਕਹਿੰਦੇ ਨੇ ਕਿ ਜੀ ਏਕਤਾ ਕਰ ਲੈਣੀ ਚਾਹੀਦੀ ਹੈ ਜੀ, ਉਹਨਾਂ ਨੂੰ ਆ ਜਾਣਾ ਚਾਹੀਦਾ ਜੀ, ਮਿਲ ਕੇ ਕੰਮ ਕਰਨਾ ਚਾਹੀਦਾ। ਜਦੇ ਹੀ ਮਾਈਕ ਜਦੋਂ ਮਤਲਬ ਦਲਜੀਤ ਸਿੰਘ ਚੀਮਾ ਮੂਹਰੇ ਆਉਂਦਾ, ਉਹ ਕਹਿੰਦੇ ਜੀ ਆਹ ਦੇਖ ਲਓ ਜੀ, ਇਹ ਤਾਂ ਪੰਥ ਵਿਰੋਧੀ ਨੇ, ਇਹ ਤਾਂ ਨਵੀਂ ਦੁਕਾਨ ਖੋਲਣਾ ਚਾਹੁੰਦੇ ਨੇ। ਜਦੇ ਘਾਟ ਹੋ ਜਾਂਦੀ ਹੈ ਉਸ ਏਕਤਾ ਦੀ। ਸਹੀ ਹੈ, ਬਿਲਕੁਲ। ਉਹ ਆਪਾਂ ਉਹ ਦੇਖੀ ਜਦੋਂ ਪਰਚੀਆਂ ਦਿਖਾ ਰਹੇ ਸੀ, ਉਦੋਂ ਸਾਰਾ ਕੁਛ ਆਪਾਂ ਦੀ ਚਰਚਾ ਵੀ ਕੀਤੀ। ਹੁਣ ਇਸੇ ਤਰ੍ਹਾਂ ਦਾ ਰੰਗ ਕੱਲ ਵੀ ਨਜ਼ਰ ਆਇਆ। ਕੱਲ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਬਲਵਿੰਦਰ ਸਿੰਘ ਭੁੰਦੜ ਇੱਕ ਏਕਤਾ ਦੀ ਅਪੀਲ ਪਾਉਂਦੇ ਨੇ। ਏਕਤਾ ਦੀ ਅਪੀਲ ਉਹਨਾਂ ਨੇ ਕੱਲ ਅਪਲੋਡ ਕੀਤੀ ਹੈ ਆਪਣੇ ਉਹਦੇ ਤੇ। ਠੀਕ ਹੈ ਜੀ। ਇਸ ਏਕਤਾ ਦੀ ਅਪੀਲ ਦੇ ਵਿੱਚ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਦੇਖਣ ਨੂੰ ਇੰਝ ਲੱਗਦਾ ਕਿ ਜਿਵੇਂ ਉਹਨਾਂ ਨੇ ਇੱਕ ਤਰਲਾ ਜਾ ਮਾਰਿਆ ਹੋਵੇ ਜੀ, ਹੈ ਨਾ, ਕਿ ਦੇਖ ਲਓ ਭਾਈ ਇਕੱਠੇ ਹੋ ਜਾਓ, ਕੀ ਇਹ ਤੋਂ ਬਿਨਾਂ ਸਰਨਾ ਨਹੀਂ। ਤੇ ਉਹਦੇ ਵਿੱਚ ਇੰਝ ਵੀ ਲੱਗਦਾ ਜਿਵੇਂ ਜੋਧੜੀ ਕਰ ਰਹੇ ਹੁਣ, ਹੈ ਨਾ। ਇਸ ਤਰਲੇ 'ਚ, ਇਸ ਰਜੋਈ 'ਚ, ਇਸ ਜੋਧੜੀ ਦੇ ਵਿੱਚ ਲੁਕਿਆ ਸਿਆਸੀ ਏਜੰਡਾ ਸਿੱਧਾ ਕਿ ਏਕਤਾ ਲਈ ਅਸੀਂ ਤਿਆਰ ਹਾਂ, ਪਰ ਪਰਚੀਆਂ ਸਾਡੀਆਂ ਨਹੀਂ ਹੋਣਗੀਆਂ, ਮੈਂਬਰਸ਼ਿਪ ਸਾਡੀਆਂ ਪਰਚੀਆਂ ਦੀ ਕੱਟ ਜਾਊਗੀ। ਫਿਰ ਇਹ ਕਿਹੜਾ ਫਾਰਮੂਲਾ ਏਕਤਾ ਵਾਲਾ ਕਿ ਸਾਡੇ ਹੀ ਤਰੀਕੇ ਤੇ ਫਾਰਮੂਲੇ ਤੇ ਜਾਂ ਤਾਂ ਫਿਰ ਕੁਝ ਉਹਨਾਂ ਨੂੰ ਛੱਡਣਾ ਪਊਗਾ, ਕੁਝ ਤੁਹਾਨੂੰ ਛੱਡਣਾ ਪਊਗਾ, ਕੁਝ ਅੱਗੇ ਉਹਨਾਂ ਨੂੰ ਆਉਣਾ ਪਊਗਾ, ਕੁਝ ਅੱਗੇ ਤੁਹਾਨੂੰ ਆਉਣਾ ਪਊਗਾ। ਸੋ ਸਹਿਮਤੀ ਦਾ ਸਾਂਝੇ ਪਲੇਟਫਾਰਮ ਤੇ ਹੁੰਦੀ ਹੈ ਨਾ। ਤੇ ਦੂਸਰੇ ਪਾਸੇ ਉਹ ਕਹਿੰਦੇ ਵੀ ਅਸੀਂ ਕਿਹੜਾ ਸਮਝੌਤਾ ਕਰਨਾ। 5 ਮੈਂਬਰੀ ਕਮੇਟੀ ਦੇ ਹਵਾਲੇ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਗੁਪਤ ਬੈਠਕਾਂ, ਉਹ ਕਹਿੰਦੇ ਵੀ ਅਸੀਂ ਤਾਂ ਕੋਈ ਪਾਰਟੀ ਥੋੜਾ, ਅਸੀਂ ਜਾਂ ਤਾਂ ਦੋ ਦਲਾਂ ਦੇ ਵਿੱਚ ਸਮਝੌਤਾ ਹੋਣਾ ਹੋਵੇ, ਸਾਡਾ ਤਾਂ ਕੋਈ ਦਲ ਹੀ ਨਹੀਂਗਾ। ਕਰਨਾ ਸੁਧਾਰ ਲਹਿਰ ਵਾਲਿਆਂ ਨਾਲ ਕਰਨਾ ਕਰੋ, ਨਹੀਂ ਕਰਨਾ ਨਾ ਕਰੋ। ਅਸੀਂ ਤਾਂ ਅਕਾਲ ਤਖਤ ਸਾਹਿਬ ਦੇ ਵੱਲੋਂ ਨਾਮਜ਼ਦ ਕੀਤੇ ਮੈਂਬਰਾਂ, ਅਸੀਂ ਤਾਂ ਭਰਤੀ ਪ੍ਰਕਿਰਿਆ ਨਿਬੇੜ ਕੇ ਪਰੇ ਹੋ ਜਾਣਾ। ਉਸ ਤੋਂ ਬਾਅਦ ਡੈਲੀਗੇਟ ਦੇਖਣ, ਜਿਹੜੇ ਡੈਲੀਗੇਟਾਂ ਨੇ ਆਪਣਾ ਜਿਹਨੂੰ ਲੀਡਰ ਚੁਣਨਾ ਹੋਊਗਾ, ਚਾਹੇ ਨਾ 5 ਚੋਂ ਚੁਣੇ, ਚਾਹੇ 50 ਚੋਂ ਚੁਣੇ, ਚਾਹੇ ਤੁਹਾਡੇ ਚੋਂ ਚੁਣੇ, ਚਾਹੇ ਸਾਡੇ ਚੋਂ ਚੁਣੇ, ਜਿਹਨੂੰ ਮਰਜ਼ੀ ਚੁਣੇ। ਪਰ ਇਹਨਾਂ ਦੀ ਜਿਹੜੀ ਭੁੰਦੜ ਸਾਹਿਬ ਦੀ ਅਪੀਲ ਆ, ਉਹ ਚੋਂ ਸਿਆਸੀ ਝਲਕਾਰਾ ਕਿੱਥੋਂ ਮਿਲਦਾ? ਕਹਿੰਦੇ ਜੀ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਾਹਿਬਾਨ, ਮੈਂ ਇੱਕ ਪੈਰਾ ਪੜ੍ਹ ਰਿਹਾ, ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਾਹਿਬਾਨ ਭਰਤੀ ਦਾ ਅਮਲ ਪੂਰਾ ਕਰ ਚੁੱਕੇ ਹਨ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਦੋਂ ਦੇ ਜਥੇਦਾਰ ਸਾਹਿਬ ਇਸ ਭਰਤੀ ਅਤੇ ਉਸ ਲਈ ਲਾਈਆਂ ਗਈਆਂ ਸਮੂਹ ਜ਼ਿੰਮੇਵਾਰੀਆਂ ਨੂੰ ਚੰਗਾ ਕਦਮ ਦੱਸ ਕੇ ਉਸਦਾ ਜਨਤਕ ਤੌਰ ਤੇ ਸਵਾਗਤ ਕਰ ਚੁੱਕੇ ਹਨ। ਉਹ ਇੱਕ ਲਾਈਨ ਗਿਆਨੀ ਰਘੁਵੀਰ ਸਿੰਘ ਹੋਰਾਂ ਦੀ, ਉਹਨਾਂ ਨੇ ਕਿਹਾ ਸੀ ਕਿ ਚਲੋ ਜੀ ਉਧਰੋਂ ਭਰਤੀ ਮੁਹਿੰਮ ਸ਼ੁਰੂ ਹੋ ਗਈ, ਚੰਗਾ ਕਾਜ ਹੈ, ਉਸ ਨੂੰ ਹੁਣ ਇਹ ਆਧਾਰ ਬਣਾਉਂਦੇ ਨੇ। ਜਿਹੜਾ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਭਾਈ ਇਹ 5 ਮੈਂਬਰੀ ਕਮੇਟੀ ਹੋਣੀ ਚਾਹੀਦੀ ਹੈ, ਉਹ ਭਰਤੀ ਸਹੀ ਨਹੀਂ, ਉਹਦਾ ਜ਼ਿਕਰ ਨਹੀਂ ਕਰਦੇ ਜੀ ਜੀ। ਫਿਰ ਵੀ ਪੰਜਾਬ ਅਤੇ ਕੌਮ ਨੂੰ ਦਰਵੇਸ਼ ਖਤਰਿਆਂ ਅਤੇ ਸਮੂਹ ਪੰਜਾਬੀਆਂ ਦੇ ਵਡੇਰੇ ਹਿੱਤਾਂ ਦੇ ਮੱਦੇਨਜ਼ਰ ਮੈਂ ਸਮੁੱਚੀ ਪਾਰਟੀ ਵੱਲੋਂ
ਸਾਡੇ ਨਾਰਾਜ਼ ਵੀਰਾਂ ਨੂੰ ਕਈ ਵਾਰ ਸਨਿਮਰ ਬੇਨਤੀ ਕੀਤੀ ਸੀ ਕਿ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਤੁਸੀਂ ਵੀ ਪਾਰਟੀ ਦੀ ਨਿਯਮਤ ਭਰਤੀ ਵਿੱਚ ਯੋਗਦਾਨ ਪਾਓ। ਠੀਕ ਹੈ ਜੀ। ਮੈਂ ਨਾਰਾਜ਼ ਵੀਰਾਂ ਨੂੰ ਕਹਿ ਰਿਹਾ ਕਿ ਜਿਹੜੀ ਭਰਤੀ ਅਸੀਂ ਸ਼ੁਰੂ ਕੀਤੀ ਉਹ 'ਚ ਹਿੱਸੇਦਾਰ ਬਣੋ। ਇਸ ਨਿਯਮਤ ਭਰਤੀ ਲਈ ਲੋੜੀਂਦੀਆਂ ਕਾਪੀਆਂ ਵਗੈਰਾ ਤੁਹਾਨੂੰ ਦੇਣ ਲਈ ਪਾਰਟੀ ਦਫ਼ਤਰ ਦੇ ਦੁਆਰ ਹਰ ਵਕਤ ਖੁੱਲੇ ਆ। ਭਾਈ ਤੁਸੀਂ ਤਾਂ ਤਰੀਕਾਂ ਮਿਥੀਆਂ ਸੀਗੀਆਂ, ਤੁਸੀਂ ਤਾਂ ਸਮਾਂ ਤੈਅ ਕੀਤਾ ਸੀ ਕਿ ਇੰਨੀ ਤਰੀਕ ਤੱਕ ਭਰਤੀ ਤੇ 1 ਮਾਰਚ ਨੂੰ ਨਵਾਂ ਪ੍ਰਧਾਨ। ਕਿਹੜਾ ਮਾਰਚ ਜਨਾਬ, ਅਪ੍ਰੈਲ ਚੜ੍ਹਾਇਆ। ਸਹੀ, ਬਿਲਕੁਲ ਜੀ। ਤੇ ਤੁਸੀਂ ਅਜੇ ਵੀ ਕਹਿੰਦੇ ਹੋ, ਤੁਸੀਂ ਤਾਂ ਕਹਿੰਦੇ ਸੀ ਸਾਡੀਆਂ ਕਾਪੀਆਂ ਥੁੜ ਗਈਆਂ, ਸਾਨੂੰ ਤਾਂ ਦੁਬਾਰਾ ਛਪਾਉਣੀਆਂ ਪੈ ਗਈਆਂ, ਕਾਪੀਆਂ ਮੁੱਕ ਗਈਆਂ, ਲੋਕ ਖੋ ਕੇ ਲੈ ਗਏ। ਹੁਣ ਕਹਿੰਦੇ ਹੋ ਦਰਵਾਜ਼ਾ ਵੀ ਖੁੱਲਾ ਪਿਆ ਤੇ ਕਾਪੀਆਂ ਵੀ ਪਈਆਂ, ਲੈ ਜਾਓ ਆ ਕੇ। ਫਿਰ ਇਹ ਕੀ ਹੈ ਜਨਾਬ? ਸੋ ਕੁੱਲ ਮਿਲਾ ਕੇ ਤੁਹਾਡੀ ਏਕਤਾ ਵਾਲਾ ਫਾਰਮੂਲਾ ਤੁਹਾਡੇ ਆਪਣੇ ਸਿਧਾਂਤ ਹੀ ਹੈ, ਪਰ ਤਾਂ ਵੀ ਇਹ 'ਚ ਨਰਮ ਸੁਰ ਹੈਗਾ, ਜਿਹੜਾ ਨਰਮ ਸੁਰ ਦੋਹਾਂ ਧਿਰਾਂ ਨੂੰ ਬਿਠਾਉਣ ਦੇ ਲਈ ਮਤਲਬ ਸਹਾਈ ਹੋ ਸਕਦਾ ਹੈ। ਜੀ ਜੀ। ਸੋ ਇਹ ਲੋੜ ਵੀ ਹੈ, ਅੱਜ ਏਕੇ ਦੀ ਜ਼ਰੂਰਤ ਵੀ ਹੈ, ਪਰ ਦੋਏ ਧਿਰਾਂ ਦਿਖਾਵੇ ਦੀਆਂ ਗੱਲਾਂ ਕਰਦੀਆਂ ਨੇ, ਏਕਾ ਕਰਨ ਦੇ ਲਈ ਕੋਈ ਫਿਲਹਾਲ ਤਿਆਰ ਨਹੀਂ ਹੈ। ਹੁਣ ਇਸ ਦੀ ਹਵਾ ਵੀ ਜਦੇ ਨਿਕਲ ਗਈ ਜਦੋਂ ਕੱਲ ਫਿਰ ਮਹੇਸ਼ਿੰਦਰ ਗਰੇਵਾਲ ਤੇ ਨਾਲ ਅਰਸ਼ਦੀਪ ਕਲੇਰ ਤੇ ਦਲਜੀਤ ਸਿੰਘ ਚੀਮਾ ਨੇ ਫਿਰ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਦੇ ਨੁਕਤੇ ਵੀ ਵਾਚਨਯੋਗ ਸੀ। ਕੱਲ ਇੱਕ ਤਾਂ ਨਾਰਾਇਣ ਸਿੰਘ ਚੌੜਾ ਦੇ ਮਾਮਲੇ ਤੇ ਕਹਿ ਰਹੇ ਸੀ, ਕਹਿੰਦੇ ਵੀ ਕਿ ਇਸ ਦੇ ਖਿਲਾਫ ਕਾਰਵਾਈ ਵੀ ਪਹਿਲਾਂ ਢਿੱਲੀ ਕੀਤੀ ਤੇ ਹੁਣ ਮਿੰਟ 'ਚ ਜ਼ਮਾਨਤ ਵੀ ਮਿਲ ਗਈ ਹੈ ਨਾ। ਫਿਰ ਏਦਾਂ ਦੀਆਂ ਧਾਰਾਵਾਂ ਦਾ ਆਧਾਰ ਕੀ ਰਹਿ ਗਿਆ ਜੀ? ਐਂ ਜ਼ਮਾਨਤ ਦੇ ਦੇਣੀ ਆ। ਇੱਕ Z+ ਸਿਕਿਉਰਿਟੀ ਜਿਹੜਾ ਨਿਸ਼ਾਨੇ ਤੇ ਰਹਿੰਦਾ, ਉਹਦੇ ਤੇ ਹਮਲਾ, ਉਹ ਵੀ ਦਰਬਾਰ ਸਾਹਿਬ ਦੇ ਬਾਹਰ ਸੇਵਾ ਕਰਦਿਆਂ ਹੋਇਆਂ, ਤੇ ਉਸਨੂੰ ਜ਼ਮਾਨਤ ਵੀ ਮਿਲ ਗਈ ਤੇ ਉਹਦੀ ਵਾਹਵਾਹੀ ਵੀ ਕੀਤੀ ਜਾ ਰਹੀ ਹੈ। ਕਹਿੰਦੇ ਇਹ ਕਿਹੜਾ ਤਰੀਕਾ ਜੀ? ਤੇ ਦੂਸਰੇ ਪਾਸੇ ਅਰਸ਼ਦੀਪ ਕਲੇਰ ਕਹਿੰਦੇ ਕਿ ਮੈਨੂੰ ਸਿੱਧੀ ਧਮਕੀ ਦਿੱਤੀ ਜਾ ਰਹੀ ਹੈ ਕਿ ਗੋਲੀ ਮਾਰ ਦਿਆਂਗੇ ਤੈਨੂੰ। ਉਹ ਕਹਿੰਦੇ ਜੀ ਭੰਗੂ ਹੈ, ਚੀਫ ਇੰਜੀਨੀਅਰ ਹੈ ਜਿਹੜਾ ਮੰਡੀ ਬੋਰਡ ਦਾ, ਉਹ ਮੀਟਿੰਗਾਂ ਕਰਾਉਂਦਾ ਜੀ ਇਹਨਾਂ ਦੀਆਂ। ਉਹ ਮੀਡੀਆ 'ਚ ਜਨਤਕ ਹੋ ਕੇ ਅਰਸ਼ਦੀਪ ਨੇ ਸਵਾਲ ਖੜੇ ਕੀਤੇ ਨੇ। ਠੀਕ ਹੈ। ਉਹ ਕਹਿੰਦੇ ਜੀ ਉਹ ਮੰਡੀ ਬੋਰਡ ਸੁਧਾਰ ਲੈ ਰਹੇ ਨੇ, ਮੀਟਿੰਗਾਂ ਕਰਾਉਂਦਾ ਤੇ ਮੈਨੂੰ ਫੋਨ ਤੇ ਧਮਕੀਆਂ ਦਿੱਤੀਆਂ ਨੇ ਜੀ ਗੋਲੀ ਮਾਰਨ ਦੀ। ਸੋ ਸਿੱਧਾ ਉਹਦੇ ਪਰ ਸਵਾਲ ਖੜੇ ਕਰ ਰਿਹਾ। ਚੀਫ ਇੰਜੀਨੀਅਰ ਭੰਗੂ ਸਾਹਿਬ ਜਿਹਦੀ ਮਰਜ਼ੀ ਸਰਕਾਰ ਰਹੀ ਹੋਵੇ, ਉਹ ਉਸ ਦਫ਼ਤਰ 'ਚ ਰਹੇ ਨੇ। ਬਿਲਕੁਲ ਸਹੀ ਹੈ। ਠੀਕ ਹੈ ਨਾ, ਉਹਨਾਂ ਦਾ ਦਬਦਬਾ ਉਸੇ ਤਰ੍ਹਾਂ ਕਾਇਮ ਹੈ। ਤੇ ਇਸ ਸਥਿਤੀ ਦੇ ਵਿੱਚ ਹੁਣ ਇਹ ਸਵਾਲ ਇਹ ਹੈ ਕਿ ਉਹ ਕਿਹਦੇ ਨੇੜੇ ਨੇ, ਕਿਵੇਂ ਨੇੜੇ ਨੇ, ਤੇ ਇਹ ਦੋਸ਼ਾਂ 'ਚ ਕਿੰਨੀ ਕੁ ਜਾਂਚ ਹੋਣੀ ਚਾਹੀਦੀ ਹੈ ਫਿਰ। ਜੀ ਜੀ ਜੀ। ਸੋ ਇਸ ਲਈ ਬਾਦਲ ਧਿਰ ਇਸ ਪਹਿਲੂ ਦੇ ਉੱਤੇ ਫਿਰ ਸਾਹਮਣੇ। ਸੋ ਜਦੋਂ ਇਹ ਸਥਿਤੀ ਹੈ ਤਾਂ ਫਿਰ ਜਿਹੇ 'ਚ ਗੋਲੀਆਂ ਦਾ ਜਦੋਂ ਖਤਰਾ ਖੜਾ ਹੈ ਨਾ, ਫਿਰ ਭਾਈ ਏਕੇ ਲਈ ਕਿਵੇਂ ਇਕੱਠੇ ਬੈਠ ਜਾਓਗੇ? ਸਹੀ ਸੀ, ਬਿਲਕੁਲ। ਏਕੇ ਵਾਲੀ ਗੱਲ ਤਾਂ ਫਿਰ ਹੋਊਗਾ। ਸੋ ਕੁੱਲ ਮਿਲਾ ਕੇ ਸਾਰੀ ਸਥਿਤੀ ਮੈਨੂੰ ਇਹ ਲੱਗ ਰਿਹਾ ਕਿ ਫਿਲਹਾਲ ਅੱਜ ਦੇ ਬਜਟ ਇਜਲਾਸ ਨੂੰ ਡੰਗ ਟਪਾਉਣ ਲਈ ਹੈ। ਜਦੋਂ ਤੁਸੀਂ ਸਮੁੱਚੇ ਮਸਲੇ ਦੇ ਹੱਲ ਦੇ ਲਈ ਕੋਈ ਮਤਲਬ ਕਿ ਚਾਰਜੋਈ ਕਰਨ ਦੀ ਬਜਾਏ ਪੜਾਅ ਦਾ ਡੰਗ ਟਪਾਈ ਜਾਓ ਕਿ ਆਹ ਵੀ ਲੰਘ ਜਾਵੇ, ਆਹ ਵੀ ਲੰਘ ਜਾਵੇ, ਫਿਰ ਸਾਰਾ ਕੁਝ ਉੱਥੋਂ ਲੰਘ ਜਾਂਦਾ ਹੁੰਦਾ ਜਨਾਬ। ਜੀ ਬਿਲਕੁਲ ਸਹੀ ਕਿਹਾ, ਬਿਲਕੁਲ ਸਹੀ ਕਿਹਾ ਤੁਸੀਂ। ਅਗਲੀ ਗੱਲ ਕਰੀਏ ਪੰਜਾਬ ਵਿਧਾਨ ਸਭਾ ਦੀ। ਪੰਜਾਬ ਦੇ ਸੰਕਟਾਂ ਦੇ ਉੱਤੇ ਆਪਾਂ ਕੋਈ ਨਾ ਕੋਈ ਸੁਰਖੀ, ਕੋਈ ਨਾ ਕੋਈ ਖਬਰ, ਹੈਡਲਾਈਨ ਹਮੇਸ਼ਾ ਹਰ ਰੋਜ਼ ਕੋਈ ਨਾ ਕੋਈ ਖਬਰ ਪੰਜਾਬ ਦੀ ਤਰਾਸਦੀ ਨੂੰ ਪੇਸ਼ ਕਰਦੀ ਹੁੰਦੀ ਹੈ। ਇੱਕ ਪਾਸੇ ਉਹ ਪੰਜਾਬ ਆ ਜਿਹੜਾ ਮੁੱਦਿਆਂ ਦੇ ਵਿੱਚ, ਮਸਲਿਆਂ ਦੇ ਵਿੱਚ ਉਲਝਿਆ ਹੋਇਆ, ਦੂਜੇ ਪਾਸੇ ਉਹ ਪੰਜਾਬ ਆ ਜਿਹਦੀ ਵਿਧਾਨ ਸਭਾ ਦੇ ਵਿੱਚ ਇੱਕ ਵਿਅਕਤੀ ਵਿਸ਼ੇਸ਼ ਦੀ 1.5 ਦਿਨ ਲਾ ਦਿੱਤਾ ਗਿਆ। ਉਹ ਸੀ ਵਿਅਕਤੀ ਵਿਸ਼ੇਸ਼ ਸੰਤ ਸੀਚੇਵਾਲ। ਕਹਿੰਦੇ ਮੁੱਖ ਮੁੱਦੇ ਮਨਫੀ ਹੋ ਗਏ ਤੇ ਸੀਚੇਵਾਲ ਮਾਡਲ ਦੇ ਲੇਖੀ 1.5 ਦਿਨ ਲਾਤਾ ਜੀ। ਪਹਿਲਾਂ ਤਾਂ ਮੁੱਖ ਮੰਤਰੀ ਸਾਹਿਬ ਗਾਇਬ ਰਹੇ ਪੂਰੇ ਬਜਟ ਸੈਸ਼ਨ ਚੋਂ ਹੀ ਲਗਭਗ। ਜੀ ਜੀ। ਡੰਗ ਟਪਾਊ ਮੜਾ ਜਿਹਾ ਆਏ ਵੀ ਸੀ, ਫਿਰ ਕੱਲ ਆ ਕੇ ਤੇ ਚੁੱਕੇ ਛੱਕੇ ਲਾਏ। ਆਪਾਂ ਪਹਿਲਾਂ ਹੀ ਗੱਲਾਂ ਕਰਦੇ ਜਦ ਆਉਣਗੇ ਤਾਂ ਆਪਣੀ ਸੁਣਾ ਕੇ ਲੰਘ ਜਾਣਗੇ। ਬਿਲਕੁਲ ਬਿਲਕੁਲ। ਤੁਸੀਂ ਇਹ ਦੇਖੋ ਕਿ ਪੰਜਾਬ ਦਾ ਬਜਟ ਇਜਲਾਸ ਹੋਵੇ ਔਰ ਜਿਹੜਾ ਇਹ ਗੱਲਾਂ ਕਰਦਾ ਹੋਵੇ ਕਿ ਵੀ ਮੁੱਖ ਮੰਤਰੀ ਘਰੋਂ ਨਹੀਂ ਨਿਕਲਦੇ, ਉਹ ਹੁਣ ਕੈਬਨਿਟ ਦੀਆਂ ਬੈਠਕਾਂ ਵੀ ਘਰੇ ਕਰਦਾ, ਮਿਲਣੀਆਂ ਵੀ ਘਰੇ ਕਰਦਾ, ਤੇ ਉਹਨੂੰ ਘਰੋਂ ਵਿਧਾਨ ਸਭਾ ਤੱਕ ਆਉਣ ਨੂੰ 4-4 ਦਿਨ ਲੱਗ ਜਾਂਦੇ ਹੈਨਾ। ਤੇ ਕਿੱਥੇ ਗਏ ਉਹ ਬਦਲਾਅ ਵਾਲੀਆਂ ਗੱਲਾਂ, ਕਿੱਥੇ ਗਈਆਂ ਉਹ ਇਜਲਾਸ ਦੇ ਵਿੱਚ ਬੈਠ ਕੇ ਜੀ ਪੂਰਾ ਸੁਣਨਾ, ਪੂਰਾ ਨੋਟ ਕਰਨਾ, ਪੂਰੀਆਂ ਗੱਲਾਂ, ਸਾਰਾ ਕੁਝ ਡਰਾਮੇਬਾਜ਼ੀ ਸਾਬਤ ਹੋ ਰਿਹਾ। ਤੁਹਾਡੇ ਲਈ ਡਿਗਰੀਆਂ ਵੰਡਣਾ, ਕਾਲਜਾਂ 'ਚ ਜਾਣਾ, ਮੁੱਖ ਮਹਿਮਾਨ ਬਣਨਾ, ਤੁਹਾਡੇ ਲਈ ਸ਼ਿਸ਼ੋਦੀਆ ਨੂੰ ਗੁਲਦਸਤੇ ਦੇਣਾ, ਉਹਦੇ ਨਾਲ ਜੱਫੀ ਪਾਉਣਾ, ਰੋਟੀ ਖਾਣਾ, ਫੋਟੋਆਂ ਲੋਡ ਕਰਨਾ ਫੇਸਬੁੱਕ ਤੇ, ਕੋਈ ਡੈਲੀਗੇਟ ਆ ਗਿਆ ਉਹਨੂੰ ਨੂੰ ਮਿਲਣਾ, ਇਹ ਜ਼ਰੂਰੀ ਸੀ। ਵਿਧਾਨ ਸਭਾ ਦਾ ਬਜਟ ਇਜਲਾਸ ਜ਼ਰੂਰੀ ਨਹੀਂ ਸੀ। ਮੈਂ ਬਾਹਰੋਂ ਬੈਠ ਕੇ ਸੁਣਿਆ ਜੀ, ਕਹਿੰਦੇ ਜੀ ਅੱਛਾ ਭਾਈ ਬਾਹਰੋਂ ਤਾਂ ਫਿਰ ਜਿਹੜੇ ਸਰਕਾਰ 'ਚ ਨਹੀਂ ਹੈਗੇ ਉਹ ਵੀ ਸੁਣਦੇ ਨੇ। ਜਿਹੜੇ ਤੌਰ ਤੇ ਤਾਂ ਕੈਪਟਨ ਅਮਰਿੰਦਰ ਨੇ ਵੀ ਟੈਲੀਵਿਜ਼ਨ ਲਾਇਆ ਵਾ ਹੋਣਾ। ਸਹੀ ਗੱਲ ਹੈ ਨਾ। ਸੁਖਬੀਰ ਬਾਦਲ ਵੀ ਸੁਣਦਾ ਹੋਣਾ ਬਾਹਰ ਬੈਠ ਕੇ। ਸੋ ਫਿਰ ਬਾਹਰੋਂ ਬੈਠ ਕੇ ਤਾਂ ਸੁਣ ਲਓ, ਫਿਰ ਲੋਕ ਕਿਸੇ ਨੂੰ ਤੁਹਾਨੂੰ ਵੀ ਬਾਹਰ ਬਿਠਾ ਦੇਣਗੇ ਜੇ ਇਹੀ ਕੁਝ ਕਰਨਾ। ਜੀ ਜੀ ਸਹੀ। ਚਲੋ ਜਦੋਂ ਤੁਸੀਂ ਆਏ
ਤਦ ਰਾਜਪਾਲ ਦਾ ਭਾਸ਼ਣ ਤੋਂ ਲੈ ਕੇ ਅਗਲੇ ਦਿਨ ਤੋਂ ਹੁੰਦਿਆਂ ਹੋਇਆਂ ਬਜਟ ਪੇਸ਼ ਹੋਣ ਤੋਂ ਲੈ ਕੇ ਅਗਲਾ ਦਿਨ ਸੀ। ਪ੍ਰਵੀਨ ਜੀ, ਬਜਟ ਪੇਸ਼ ਤੋਂ ਬਾਅਦ ਅਗਲੇ ਦਿਨ ਉਸ ਬਜਟ ਦੀ ਸਮੀਖਿਆ ਹੋਣੀ ਚਾਹੀਦੀ ਸੀ। ਉਸ ਬਜਟ ਦੇ ਫਾਇਦੇ ਨੁਕਸਾਨ ਤੇ ਚਰਚਾ ਹੋਣੀ ਚਾਹੀਦੀ ਸੀ। ਜੀ ਜੀ ਬਿਲਕੁਲ। ਕਿਹੜੇ ਹਲਕੇ ਨੂੰ ਕੀ ਮਿਲਿਆ, ਕਿਹੜਾ ਮੰਨਫੀ ਰਹਿ ਗਿਆ, ਕਿਹੜਾ ਵਿਭਾਗ ਮੰਨਫੀ ਰਹਿ ਗਿਆ, ਕਿਹੜਾ ਵਿਸ਼ਾ ਮੰਨਫੀ ਰਹਿ ਗਿਆ, ਕਿਹਨੂੰ ਵੱਧ ਮਿਲਿਆ, ਕਿਹਨੂੰ ਘੱਟ ਮਿਲਿਆ, ਕਿਉਂ ਕਿਹੜੇ ਵਿਸ਼ੇ ਤੇ ਕੰਮ ਨਹੀਂ ਹੋਇਆ, ਇਹਦੇ ਉੱਤੇ ਚਰਚਾ ਹੋਣੀ ਚਾਹੀਦੀ। ਔਰ ਉਹ ਚਰਚਾ ਗੰਭੀਰ, ਸਾਰਥਕ ਔਰ ਠੋਸ ਹੋ ਸਕਦੀ ਸੀ ਜੀ। ਪਰ ਜਨਾਬ ਅਸੀਂ ਤਾਂ ਬਜਟ ਵਾਲੇ ਦਿਨ ਤੋਂ ਹੀ ਉਹ ਮੁੱਦਾ ਫੜਿਆ, ਮਤਲਬ ਸਿੰਚਾਲ ਮਾਡਲ, ਤੇ ਉਹਨੂੰ ਅਗਲੇ ਦਿਨ ਵੀ ਪੂਰਾ ਘੜੀਸਿਆ। 1.5-2 ਦਿਨ ਇਸੇ ਕੰਮ ਤੇ ਲਾਤੇ। ਮਤਲਬ ਮੈਂ ਕੱਲ ਵੀ ਗੱਲ ਕਰ ਰਿਹਾ ਸੀ ਕਿ ਮੈਨੂੰ ਨਹੀਂ ਸਮਝ ਆਈ ਕਿ ਪ੍ਰਤਾਪ ਬਾਜਵਾ ਇੰਨਾ ਤਲਖ ਕਿਉਂ ਹੋ ਗਏ ਇਸ ਮੁੱਦੇ ਤੇ। ਜੀ ਜੀ। ਵਿੱਚੋਂ ਇੰਨਾ ਕੱਢਣ ਨੂੰ ਕੀ ਸੀ? ਸਹੀ ਹੈ, ਬਿਲਕੁਲ। ਕਿ ਉਹਨਾਂ ਦੀ ਕੀ, ਮੈਂ ਤਾਂ ਹੀ ਕਿਹਾ ਕਿ ਜਿਸ ਤਰ੍ਹਾਂ ਦਾ ਉਹ ਲੀਡਰ ਹੈ, ਜਾਂ ਤਾਂ ਉਹ ਐਡਾ ਬੜਾ ਟਪਲਾ ਖਾ ਗਿਆ, ਜਾਂ ਉਹ ਬੜੀ ਸੋਚੀ ਸਮਝੀ ਸਾਜ਼ਿਸ਼ ਤਹਿਤ ਇੱਕ ਸਿਆਸੀ ਚਾਲ ਤਹਿਤ ਇਸ ਮੁੱਦੇ ਤੇ ਬੋਲ ਰਿਹਾ ਹੈ ਨਾ। ਪਰ ਇਹਦਾ ਸਿੱਧਾ ਫਾਇਦਾ ਧਿਰ ਨੂੰ ਹੋਇਆ, ਉਹਨਾਂ ਦੇ ਬਜਟ ਤੇ ਕੋਈ ਚਰਚਾ ਹੀ ਨਹੀਂ ਹੋਈ। ਜੀ ਜੀ ਬਿਲਕੁਲ। ਤੇ ਉਲਟਾ ਘਿਰ ਗਏ ਪ੍ਰਤਾਪ ਬਾਜਵਾ। ਇੱਕ ਦਿਨ ਬਜਟ ਇਜਲਾਸ ਤੇ ਬਜਟ ਪੇਸ਼ ਹੋਣ ਤੋਂ 1-2 ਦਿਨ ਪਹਿਲਾਂ ਲਗਾਤਾਰ ਸੁਖਪਾਲ ਖਹਿਰਾ ਹੱਥ ਖੜੇ ਕਰ ਕਰਕੇ ਨਾ ਸਮਾਂ ਮੰਗਦਾ ਸੀ। ਠੀਕ ਹੈ, ਬਿਲਕੁਲ ਜੀ। ਤੇ ਸਪੀਕਰ ਸਾਹਿਬ ਸਮਾਂ ਨਹੀਂ ਦਿੰਦੇ ਸੀ ਉਹਨੂੰ, ਤੇ ਔਖਾ ਹੋ ਕੇ ਕਹਿੰਦਾ ਚਲੋ ਚੱਲੀਏ ਬਾਹਰ, ਆਪਣੇ ਸਾਥੀਆਂ ਨੂੰ ਕਹਿੰਦਾ। ਸਾਰੇ ਉੱਠ ਕੇ ਨਾਲ ਤੁਰ ਪਏ, ਰਾਣਾ ਗੁਰਜੀਤ ਉੱਠ ਕੇ ਨਾਲ ਨਹੀਂ ਗਿਆ। ਹਾਂਜੀ ਹਾਂਜੀ ਬਿਲਕੁਲ, ਬੈਠੇ ਰਹੇ ਹੋ। ਤੇ ਹੁਣ ਉਹਦਾ ਅਰਥ ਕੀ ਕਹੋਗੇ ਕਿ ਵੀ ਰਾਣਾ ਗੁਰਜੀਤ ਸੁਖਪਾਲ ਖਹਿਰੇ ਨਾਲ ਸਹਿਮਤ ਨਹੀਂ। ਪ੍ਰਤਾਪ ਸਿੰਘ ਬਾਜਵੇ ਨੂੰ ਜਦੋਂ ਘੇਰਿਆ ਗਿਆ ਇਸ ਮਸਲੇ ਦੇ ਉੱਤੇ, ਨਿੰਦਾ ਮਤਾ ਲਿਆਂਦਾ ਗਿਆ ਇਸ ਮਸਲੇ ਤੇ। ਪਹਿਲਾਂ ਨਕੋਦਰ ਵਾਲੀ ਬੀਬੀ ਨੇ ਉਹ ਤਹਿ ਲਾਈ ਹੈ ਨਾ, MLA ਨੇ, ਫਿਰ ਹਰਜੋਤ ਬੈਂਸ ਚਿੰਬੜ ਗਿਆ, ਫਿਰ ਅਮਨ ਅਰੋੜਾ ਚਿੰਬੜ ਗਿਆ, ਹਰਜੋਤ ਬੈਂਸ ਨੇ ਮਤਾ ਲਿਆਂਦਾ, ਤੇ ਉਹ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਉੱਠ ਕੇ ਬਾਹਰ ਨੂੰ ਤੁਰ ਪਏ। ਤੇ ਜਦੋਂ ਬਾਹਰ ਨੂੰ ਤੁਰੇ, ਕਾਂਗਰਸੀ MLA ਉੱਠ ਕੇ ਨਾਲ ਗਏ ਉਹ ਨਹੀਂ। ਹੁਣ ਇਹਦਾ ਅਰਥ ਕੀ ਲਾਉਂਗੇ ਜੀ ਕਿ ਅਗਲੇ ਨਾਲ ਸਹਿਮਤ ਨਹੀਂ? ਕਿਉਂਕਿ 77 ਤੇ ਸਵਾਲ ਕਰ ਰਹੀ ਸੀ ਕਿ ਵੀ ਸਾਨੂੰ ਇਹ ਦੱਸ ਦਿਓ ਕਿ ਇਹ ਪ੍ਰਤਾਪ ਬਾਜਵੇ ਦਾ ਬਿਆਨ ਹੈ ਕਿ ਵਿਰੋਧੀ ਧਿਰ ਦੇ ਲੀਡਰ ਦਾ ਬਿਆਨ ਹੈ ਕਿ ਕਾਂਗਰਸ ਦਾ ਬਿਆਨ ਹੈ, ਕਿ ਤੁਸੀਂ ਸਹਿਮਤ ਹੋ ਜਾਂ ਨਹੀਂ ਹੋ। ਸੋ ਨਾ ਉੱਠ ਕੇ ਜਾਣਾ ਮਤਲਬ ਤੁਸੀਂ ਇਹ ਆਪਣੇ ਆਪ ਬਿਨਾਂ ਬੋਲੇ ਕਹਿ ਰਹੇ ਹੋ ਕਿ ਬਈ ਅਸੀਂ ਇਸ ਮਸਲੇ ਦੇ ਨਾਲ ਨਹੀਂ। ਇਹਦੇ ਬਾਹਰ ਆ ਕੇ ਚਾਹੇ ਮੀਡੀਆ 'ਚ ਜਸਟੀਫਾਈ ਕਰਾਇਆ ਕਾਂਗਰਸੀ MLA ਨੇ ਪ੍ਰਗਟ ਸਿੰਘ ਨੂੰ ਮਾਈਕ ਦੇ ਕੇ ਕਿ ਨਹੀਂ ਜੀ ਅਸੀਂ ਤਾਂ ਸਿੰਚਲ ਮਾਡਲ ਤੇ, ਉਹਨਾਂ ਦਾ ਤਰਕ ਸੀਗਾ, ਸੰਤ ਸਿੰਚਲ ਬਾਰੇ ਥੋੜਾ ਕੋਈ ਗੱਲ ਸੀ ਜੀ। ਸਹੀ, ਉਹਨਾਂ ਦੇ ਵਿਅਕਤੀਗਤ ਤੌਰ ਤੇ ਕੋਈ ਮਸਲਾ ਨਹੀਂ ਸੀਗਾ। ਪਰ ਮੁੱਖ ਮੰਤਰੀ ਸਾਹਿਬ ਕੱਲ ਆ ਗਏ, ਮੋਰਚਾ ਸਾਂਭ ਲਿਆ। ਉਹ ਕਹਿੰਦੇ ਜੀ ਡਿਗਰੀਆਂ ਦੀ ਕੀ ਲੋੜ ਆ, ਭਾਈ ਵੰਡੀ ਜਾਂਦੇ ਹੋ ਤੁਸੀਂ ਡਿਗਰੀਆਂ, ਤੇ ਕਹੀ ਜਾਂਦੇ ਹੋ ਡਿਗਰੀਆਂ ਕਰਨ ਦੀ ਲੋੜ ਨਹੀਂ, ਹੈ ਨਾ। ਪੜ੍ਹਾਈ ਦੀ ਆਪਣੀ ਅਹਿਮੀਅਤ ਹੈ, ਲਿਆਕਤ ਦੀ, ਸਮਝ ਦੀ ਆਪਣੀ ਅਹਿਮੀਅਤ ਹੈ। ਏਦਾਂ ਨਾ ਕਰੋ ਕਿ ਇੱਕ ਚੀਜ਼ ਨੂੰ ਮੰਨਫੀ ਕਰ ਦਿਓ, ਦੂਜੀ ਚੀਜ਼ ਨੂੰ ਏਦਾਂ ਹਵਾ ਦੇ ਦਿਓ। ਸਹੀ ਹੈ ਜੀ। ਫਿਰ ਉਹ ਕਹਿੰਦੇ ਜੀ ਮਤਲਬ ਜਿਹੀਆਂ ਉਦਾਹਰਨਾਂ ਚੱਲਣ ਉਹਨਾਂ ਨੇ ਦੁਨੀਆ ਭਰ ਚੋਂ ਦਿੱਤੀਆਂ, ਤੇ ਉਸ ਤੋਂ ਬਾਅਦ ਉਹਨਾਂ ਨੇ ਇਹ ਵੀ ਕਿਹਾ ਵੀ ਕਿ ਸੰਤ ਸਿੰਚਲ ਤਾਂ ਤੁਸੀਂ ਪੋਲਿਊਸ਼ਨ ਕੰਟਰੋਲ ਬੋਰਡ ਦਾ ਮੈਂਬਰ ਕਿਉਂ ਬਣਾਇਆ ਸੀ? ਫਿਰ ਕਾਂਗਰਸੀਆਂ ਕੋਲ ਕੋਈ ਜਵਾਬ ਹੋਵੇ ਤਾਂ ਦੇਣ। ਤੇ ਮੁੱਖ ਮੰਤਰੀ ਦੇ ਮਸਲੇ ਤੋਂ ਵੈਸੇ ਨਹੀਂ ਬੋਲਦੇ ਕਿ ਪਤਾ ਨਹੀਂ ਮਾੜਾ ਜਿਹਾ ਟੋਕ ਬੈਠੇ, ਅੱਗੇ ਤੋਂ ਕਿਹੜਾ ਟੋਟਕਾ ਚੁਟਕਲਾ ਸੁਣਾ ਦੇਣਾ, ਐਵੇਂ ਹੋਰ ਫਜੀਅਤ ਹੋਊਗੀ, ਕਿਉਂਕਿ ਉੱਧਰ ਤਾਂ ਸ਼ਰਮ ਲਾਹੀ ਹੋਈ ਆ। ਸੋ ਇਹ ਸਾਰੀ ਦੇ ਵਿੱਚ ਮਤਲਬ ਪੂਰਾ ਮਨੋਰੰਜਨ ਹੋਇਆ ਇਸ ਬਜਟ ਇਜਲਾਸ ਦੇ ਦੌਰਾਨ, ਤੇ ਉਹਦਾ ਆਖਰੀ ਦ੍ਰਿਸ਼ ਅੱਜ ਵੀ ਨਜ਼ਰ ਆਊਗਾ। ਜੀ ਜੀ। ਪਰ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ, ਪੰਜਾਬ ਦੀ ਸਥਿਤੀ ਨੂੰ ਲੈ ਕੇ, ਪੰਜਾਬ ਨੂੰ ਦਰੁਸਤ ਕਰਨ ਨੂੰ ਲੈ ਕੇ ਕੋਈ ਗੰਭੀਰ ਮੰਥਨ ਕਿਸੇ ਧਿਰ ਵੱਲੋਂ ਨਹੀਂ ਹੋਇਆ। ਜੀ ਬਿਲਕੁਲ। ਜਿਵੇਂ ਇਹਨਾਂ ਨੇ ਰੌਲਾ ਪਾਇਆ ਕਿ ਵੀ ਇਹਨੂੰ ਬਾਹਰ ਕਰੋ ਜੀ, ਨਿੰਦਾ ਮਤਾ ਲਿਆਂਦਾ ਹੈ ਨਾ, ਖਾਰਜ ਕਰਨ ਦੀ ਮੰਗ ਤੁਰ ਪਈ, ਉਹ ਸਾਰਾ ਕੁਛ ਉਹ ਵੈਸੇ ਤਾਂ ਬੀਜੇਪੀ ਵਾਲੇ ਪੰਜਾਬ ਦੇ ਮੁੱਦਿਆਂ ਤੇ ਕਦੇ ਚੱਜ ਨਾਲ ਬੋਲਦੇ ਨਹੀਂ ਬੋਲਦੇ, ਹੱਕ 'ਚ ਨਹੀਂ ਖੜਦੇ, ਮੂੰਹ ਫੇਰ ਲੈਂਦੇ ਨੇ, ਮੂੰਹ 'ਚ ਉਹ ਜਿਵੇਂ ਕਿ ਘੁੰਗਣੀਆਂ ਪੈ ਜਾਂਦੀਆਂ, ਬੋਲ ਨਹੀਂ ਨਿਕਲਦਾ। ਕੱਲ ਅਸ਼ਵਨੀ ਸ਼ਰਮਾ ਨੇ ਕਮਾਲ ਦੀ ਗੱਲ ਕੀਤੀ। ਠੀਕ ਹੈ, ਅੱਛਾ। ਉਹ ਕਹਿੰਦਾ ਵੀ ਤੁਸੀਂ ਨਿੰਦਾ ਮਤਾ ਲਿਆਂਦਾ, ਠੀਕ ਹੈ, ਇਹ ਗਲਤ ਬੋਲਿਆ, ਇਹ ਸੰਤ ਸਿੰਚਲ ਸਾਰਿਆਂ ਲਈ ਸਨਮਾਨਿਤ ਨੇ, ਹੈ ਨਾ। ਇਹ ਆਲੀ ਨੇ ਵੀ ਇਹ ਮਤਲਬ ਕਿ ਇਹ ਗੱਲ ਪੂਰਤੀ ਕੀਤੀ ਕਿ ਹਾਂ ਇਹ ਗਲਤ ਬੋਲਿਆ ਪ੍ਰਤਾਪ ਬਾਜਵਾ ਨੇ। ਅਸ਼ਵਨੀ ਸ਼ਰਮਾ ਕਹਿੰਦਾ ਵੀ ਆਹ ਤਾਂ ਠੀਕ ਹੈ ਤੁਸੀਂ ਜੋ ਕਰ ਰਹੇ ਹੋ, ਪਰ ਕਹਿੰਦਾ ਤੁਹਾਡਾ ਇੱਕ MLA ਆ ਜੰਮੂ ਕਸ਼ਮੀਰ ਵਾਲਾ, ਉਹ ਤਾਂ ਪੂਰੇ ਪੰਜਾਬ ਨੂੰ ਬਦਨਾਮ ਕਰ ਗਿਆ। ਉਹ ਤਾਂ ਤੁਹਾਡਾ MLA ਉੱਥੇ ਜੰਮੂ ਕਸ਼ਮੀਰ ਦੀ ਵਿਧਾਨ ਸਭਾ 'ਚ ਆਪਾਂ ਜ਼ਿਕਰ ਕਰਕੇ ਸੀ, ਉਹਦਾ ਕਹਿਤਾ ਸੀਗਾ ਕਿ ਭਾਈ ਇੱਥੋਂ ਚਿੱਟਾ ਸਾਡੇ ਜੰਮੂ ਕਸ਼ਮੀਰ ਆਉਂਦਾ ਤੇ ਸਾਡੇ ਲਈ ਰੇਤਾ ਬਜਰੀ ਲੈ ਕੇ ਉੱਥੇ ਜਾ ਕੇ ਵੇਚੀ ਜਾਂਦੇ ਨੇ, ਤੇ ਕਹਿੰਦੇ ਉਹਦੇ ਖਿਲਾਫ ਕੋਈ ਮਤਾ ਮੁਤਾ ਪਾਓਗੇ? ਫਿਰ ਸਾਹ ਇਹਨਾਂ ਦੇ ਸੁੱਕ ਗਏ। ਸੋ ਇਸ ਲਈ ਇਹ ਸਭ ਸਿਆਸੀ ਡਰਾਮਾ ਸੀ, ਔਰ ਸਿਆਸੀ ਡਰਾਮਾ 1.5 ਦਿਨ ਲੋਕਾਂ ਦੀ
ਸਮੇਂ ਦੀ ਸਦਯੋਗ ਦੀ ਬਜਾਏ ਇਸ ਲੇਖੇ ਲਾ ਕੇ ਪਾਈਪਾਂ ਪੂਪਾਂ ਇਹਨਾਂ ਛੱਪੜਾਂ ਦੇ ਨਾਂ ਦੇ ਉੱਤੇ ਹੀ ਡੰਗ ਟਪਾਤਾ। ਨਾ ਛੱਪੜਾਂ ਦੀ ਸਫਾਈ ਹੋਣੀ, ਨਾ ਪੰਜਾਬ ਸਾਫ਼ ਹੋਣਾ। ਚਲੋ ਦੇਖਦੇ ਹਾਂ ਜੀ ਕਿੰਨਾ ਕੁ ਰੰਗਲਾ ਬਣਨਾ। ਕਹਿੰਦੇ 585 ਕਰੋੜ ਰੱਖਿਆ, ਇੰਨੇ ਨਾਲ ਤਾਂ ਰੰਗ ਨਹੀਂ ਹੁੰਦਾ ਪੰਜਾਬ ਨੂੰ। ਬਿਲਕੁਲ ਜੀ, ਬਿਲਕੁਲ ਸਹੀ ਗੱਲ ਆ ਤੁਹਾਡੀ। ਪਰ ਕੋਈ ਸਮਾਂ ਸੀਗਾ ਸ਼ਰਮਾ ਜੀ, ਤੁਹਾਡਾ ਪੱਤਰਕਾਰਤਾ ਦੇ ਵਿੱਚ ਤਕਰੀਬਨ 2.5 ਦਹਾਕੇ ਤੋਂ ਵੱਧ ਦਾ ਸਫ਼ਰ ਹੈ, ਜਦੋਂ ਵੀ ਕੋਈ ਇਜਲਾਸ ਹੁੰਦਾ ਸੀਗਾ, ਇਜਲਾਸ ਤੋਂ ਪਹਿਲਾਂ ਸੱਤਾਧਾਰੀ ਧਿਰ ਵਿਸ਼ੇਸ਼ ਤੌਰ ਤੇ ਆਪਣੇ ਤੌਰ ਤੇ ਉਹਦੀ ਤਿਆਰੀ ਕਰਦੀ ਸੀ, ਉਹਦਾ ਥਿੰਕ ਟੈਂਕ, ਉਹ ਕਿਹੜੇ ਮੁੱਦਿਆਂ ਤੇ ਘਿਰ ਸਕਦੇ ਆ, ਪੂਰਾ ਫਰੇਮਵਰਕ, ਪੂਰਾ ਪੇਪਰ ਵਰਕ ਕਰਕੇ ਆਉਂਦੇ ਸੀਗੇ, ਤੇ ਵਿਰੋਧੀ ਧਿਰ ਆਪਣੇ ਤਰੀਕੇ ਦੇ ਨਾਲ। ਪਰ ਹੁਣ ਤਾਂ ਇਉਂ ਲੱਗਦਾ ਇਹਨਾਂ ਦੀ ਗੱਲਬਾਤ ਸੁਣ ਕੇ, ਇਹਨਾਂ ਦੀ ਭਾਸ਼ਾ ਸੁਣ ਕੇ ਵੀ ਇਹਨਾਂ ਨੇ ਮਵਾਲੀਆਂ ਵਾਂਗੂ ਬਸ ਉੱਥੇ ਤਾਨੇ ਮੇਣੇ ਦੇਣੇ ਹੁੰਦੇ ਇੱਕ ਦੂਜੇ ਨੂੰ ਖੜ ਕੇ। ਨਾ ਤਾਂ ਕੋਈ ਪੇਪਰ ਵਰਕ ਵਿਰੋਧੀ ਧਿਰਾਂ ਦਾ ਆਉਂਦਾ ਨਜ਼ਰ ਕੀਤਾ ਵੀ ਬਈ ਇਹਨਾਂ ਨੇ ਕੋਈ ਮੁੱਦਿਆਂ ਤੇ ਗੱਲ ਕੀਤੀ ਹੈ। ਗੰਭੀਰਤਾ, ਸੰਜੀਦਗੀ ਤੇ ਸੁਹਿਰਦਤਾ, ਇਹ ਸਾਡੀ ਪੋਲੀਟੀਕਲ ਲਾਈਨ ਦੇ ਵਿੱਚੋਂ ਗਾਇਬ ਹੋ ਗਈ ਹੈ, ਤੇ ਪੋਲੀਟੀਕਲ ਬੰਦੇ ਗੁੰਡਿਆਂ ਵਾਂਗੂ, ਹੰਕਾਰੀਆਂ ਵਾਂਗੂ ਬਿਹੇਵ ਕਰਨ ਲੱਗ ਪਏ ਨੇ। ਜਿਹਦੇ ਸਿਰ ਕੋਈ ਸੱਤਾ ਆਉਂਦੀ ਹੈ, ਉਹ ਬਸ ਇਹ ਸਮਝਦਾ ਕਿ ਮੈਂ ਸਾਰਿਆਂ ਦਾ ਰਾਜਾ ਤੇ ਦੂਜੇ ਸਾਰੀ ਮੇਰੀ ਪਰਜਾ ਬਣ ਗਏ ਜੀ। ਅਗਲੀ ਗੱਲ ਦੇ ਵੱਲ ਵਧੀਏ ਤੇ ਜਿਹੜੀ ਇਸ ਗੱਲ ਦੇ ਵਿੱਚੋਂ, ਹੰਕਾਰੀ ਪ੍ਰਵਿਰਤੀ ਦੇ ਵਿੱਚੋਂ ਨਿਕਲੀ ਸੀ ਗੱਲ ਕਿ ਜਾਓ ਜੋ ਕਰਨਾ ਕਰ ਲਓ, ਮੁੱਖ ਮੰਤਰੀ ਸਾਹਿਬ ਕਹਿੰਦੇ ਸੀਗੇ। ਤੇ ਉਸ ਮਾਮਲੇ ਤੋਂ ਬਾਅਦ ਕਹਿੰਦੇ ਕਿਸਾਨੀ ਹਮਲੇ ਤੇ ਕਿਸਾਨ ਜਥੇਬੰਦੀਆਂ, ਜਿਹੜੀ ਕਿਸਾਨੀ ਹਮਲੇ ਨੇ ਕਿਸਾਨ ਜਥੇਬੰਦੀਆਂ ਨੂੰ ਇੱਕ ਕਰ ਦਿੱਤਾ। ਅੱਜ ਪੰਜਾਬ ਭਰ ਦੇ ਵਿੱਚ ਸਾਂਝੇ ਤੌਰ ਤੇ ਧਰਨੇ ਦਿੱਤੇ ਜਾਣਗੇ, ਗੈਰ ਸਿਆਸੀ ਤੇ ਸਿਆਸੀ। ਪ੍ਰਵੀਨ ਜੀ, SKM ਜਿਹੜੀ ਜਿਹਨੂੰ ਰਾਜਨੀਤਿਕ SKM ਕਹਿੰਦੇ ਸੀ, ਇਹ ਹਾਂਜੀ ਹਾਂਜੀ, ਉਸ SKM ਨੇ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਕਿ ਅਸੀਂ 28 ਮਾਰਚ ਨੂੰ ਪੰਜਾਬ ਦੇ DC ਦਫ਼ਤਰਾਂ ਦੇ ਮੂਹਰੇ ਜ਼ਬਰ ਜ਼ੁਲਮ ਦੇ ਖਿਲਾਫ ਰੋਸ ਮੁਜ਼ਾਹਰਾ ਕਰਾਂਗੇ। ਉਹਦੇ ਵਿੱਚ ਸ਼ੰਭੂ ਰਖਨੌਰੀ ਜੋ ਮਤਲਬ ਕਿ ਇਹਨਾਂ ਨੇ ਧੱਕੇਸ਼ਾਹੀ ਕੀਤੀ, ਉਹਦੇ ਖਿਲਾਫ ਵੀ, ਜਿਹੜਾ ਬਲਡੋਜ਼ਰ ਕਲਚਰ ਆ ਉਹਦੇ ਖਿਲਾਫ ਵੀ, ਜਿਸ ਤਰ੍ਹਾਂ ਦੇ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ, ਐਨਕਾਊਂਟਰਾਂ ਦੇ ਹਾਲਤ, ਲੁੱਟਾਂ ਖੋਹਾਂ, ਮਤਲਬ ਕਿ ਧੱਕੇਸ਼ਾਹੀ, ਉਹ ਸਾਰਿਆਂ ਦੇ ਖਿਲਾਫ ਅਸੀਂ ਰੋਸ ਮੁਜ਼ਾਹਰਾ ਕਰਾਂਗੇ। ਸੋ ਹੁਣ ਇਹ ਰੋਸ ਮੁਜ਼ਾਹਰਾ ਉਹਨਾਂ ਨੇ ਨਾ ਤਾਂ SKM ਜਿਹੜੀ ਆਪਣੇ ਆਪ ਨੂੰ ਗੈਰ ਰਾਜਨੀਤਿਕ ਕਹਿੰਦੀ ਆ, ਬਸ ਸਭ ਤੋਂ ਵੱਧ ਡੱਲੇਵਾਲ ਸਾਹਿਬ ਨਾਲ ਫੋਟੋਆਂ ਉਹਨਾਂ ਦੀ ਰਾਜਨੀਤਿਕ ਲੀਡਰਾਂ ਨੇ ਖਿਚਾਈਆਂ ਹੈ ਨਾ, ਉਹ ਧਿਰ ਨੂੰ ਨਾ ਤਾਂ ਇਹਨਾਂ ਨੇ ਭਰੋਸੇ ਚ ਲਿਆ ਸੀਗਾ, ਨਾ ਉਹਨਾਂ ਨਾਲ ਕੋਈ ਸਲਾਹ ਮਸ਼ਵਰਾ ਕੀਤਾ ਸੀਗਾ। ਪਰ ਤਾਂ ਵੀ ਉਹਨਾਂ ਦੇ ਉੱਤੇ ਜਿਹੜਾ ਹਮਲਾ ਹੋਇਆ, ਉਸ ਵਜੋਂ, ਚਾਹੇ ਉਸ ਰੋਸੇ ਵਜੋਂ, ਚਾਹੇ ਇਹ ਕਿ ਕੱਲ ਨੂੰ ਆਪਾਂ ਵੀ ਲੋਕਾਂ 'ਚ ਵਿਚਰਨ, ਲੋਕ ਸਾਨੂੰ ਕਹਿਣਗੇ ਤੁਸੀਂ ਉਸ ਸਮੇਂ ਕੀ ਕੀਤਾ ਸੀ ਜਦੋਂ ਉਹਨਾਂ ਨਾਲ ਧੱਕਾਸ਼ਾਹੀ ਹੋਈ, ਚਾਹੇ ਉਸ ਡਰ ਤੋਂ। ਸੋ ਇਹਨਾਂ ਨੇ ਇਹ ਧਰਨੇ ਦਾ ਐਲਾਨ ਕੀਤਾ ਜੀ ਜੀ। ਤੇ ਇਸ ਦੇ ਉੱਤੇ ਜਾਣਕਾਰੀ ਮਿਲ ਰਹੀ ਹੈ ਕਿ ਹੁਣ ਜਿਹੜੀਆਂ ਧਿਰਾਂ ਜਿੱਤੇ ਕਾਰਵਾਈ ਹੋਈ ਸੀ ਖਨੌਰੀ ਔਰ ਸ਼ੰਭੂ ਤੇ, ਉਹਨਾਂ ਨੇ ਵੀ ਆਪਣੇ ਆਪ ਫੈਸਲਾ ਕੀਤਾ ਵੀ ਜਦੋਂ ਸਾਡੇ ਲਈ ਆ ਰਹੇ ਨੇ ਤਾਂ ਸਾਨੂੰ ਵੀ ਉਹਨਾਂ ਨਾਲ ਜਾਣਾ ਚਾਹੀਦਾ ਜੀ ਜੀ। ਸੋ ਇਸ ਲਈ ਅੱਜ ਬਿਨਾਂ ਸ਼ਰਤ ਦੋਏ ਧਿਰਾਂ ਇਕੱਠੇ ਇੱਕ ਦਰੀ ਤੇ, ਕਿਉਂਕਿ ਪਹਿਲਾਂ ਤਾਂ ਸਟੇਜ ਲੱਗੀ ਵੀ ਸੀ ਬਾਈ, ਅਗਲੇ ਕਹਿੰਦੇ ਸਾਡੀ ਸਟੇਜ ਲੱਗੀ ਆ, ਪਿੱਛੇ ਆ ਕੇ ਬਹਿ ਜਾਓ ਜੀ ਜੀ। ਹੁਣ ਸਟੇਜ ਟੂ ਤਾਂ ਪੱਟ ਹੋ ਗਈ ਹੈ ਨਾ, ਤਾਂ ਅਗਲੇ ਦਾ ਟਰੈਲੀਆਂ ਤੱਕ ਚੋਰੀ ਕਰਕੇ ਲੈ ਗਏ। ਆ ਮਤਲਬ ਕਿ ਕਿਸਾਨ ਦੇ ਪੁੱਤ ਦੇ ਰਾਜ ਦੇ ਵਿੱਚ ਆ ਕੁਛ ਹੋ ਰਿਹਾ। ਹੁਣ ਹਿਸਾਬ ਲਾ ਲਓ ਸੀ ਹੈ ਨਾ, ਕਿ ਟਰੈਲੀਆਂ ਤੱਕ ਚੋਰੀ ਨੇ, ਤੇ ਹੁਣ ਉਹ ਬੋਲਦਾ ਨਹੀਂਗਾ ਜਿਹੜਾ ਕਹਿੰਦਾ ਮੈਂ ਕੋਠੇ ਤੇ ਛਤਰੀ ਲਾ ਕੇ ਸੌਣਾ, ਮੱਛਰਦਾਨੀ ਲਾ ਕੇ ਆਉਂਦੀ ਹੈ ਮੈਨੂੰ ਸੋਹਣੀ, ਮੋਟਰ ਵਾਲੇ ਕੋਠੇ ਤੇ ਸੌਣਾ, ਹੁਣ ਉੱਥੋਂ ਨੂੰ ਦਿਖਦੀ ਇਹਨੂੰ ਕਿ ਟਰੈਲੀਆਂ ਵੀ ਚੱਕ ਕੇ ਲੈ ਗਏ। ਤੇ ਉਹ ਸਾਰੀ ਸਥਿਤੀ ਦੇ ਵਿੱਚ ਅੱਜ ਜਿਹੜਾ ਧਰਨਾ ਲੱਗਣਾ, ਉਹਦਾ ਇਸ ਲਈ ਵੀ ਫਿਕਰ ਹੈ ਕਿ DGP ਸਾਹਿਬ ਕੱਲ ਕਹਿ ਰਹੇ ਸੀ ਕਿ ਵੀ ਧਰਨਾ ਲਾਉਣਾ ਤਾਂ ਹੱਕ ਹੈ ਸੰਵਿਧਾਨਕ ਤੌਰ ਤੇ, ਪਰ ਮਨਜ਼ੂਰੀ ਲੈ ਕੇ ਲੱਗਿਆ ਕਰੂਗਾ ਹੁਣ ਧਰਨਾ। ਸੋ ਹੁਣ ਉਹਨਾਂ ਤੋਂ ਮਨਜ਼ੂਰੀ ਲਓ ਪਹਿਲਾਂ। ਸੋ ਇਸ ਲਈ ਅੱਜ ਤਣਾਅ ਵੀ ਹੈਗਾ, ਫਿਕਰ ਵੀ ਹੈਗਾ। ਪਰ ਮੈਨੂੰ ਲੱਗਦਾ ਕਿ ਇਹ ਸਥਿਤੀ ਨੇ SKM, ਰਾਜਨੀਤਿਕ, ਗੈਰ ਰਾਜਨੀਤਿਕ ਸਾਰੀਆਂ ਜਥੇਬੰਦੀਆਂ ਨੂੰ ਇੱਕ ਦਰੀ ਤੇ ਜੇ ਲਿਆਂਦਾ, ਤਾਂ ਇਹ ਹੁਣ ਇੱਕ ਟੇਬਲ ਤੇ ਵੀ ਆ ਜਾਣਗੇ ਜੀ ਜੀ। ਸੋ ਹੁਣ ਆਉਣ ਵਾਲੇ ਪ੍ਰੋਗਰਾਮ ਸਾਂਝੇ ਹੋ ਸਕਦੇ ਨੇ ਜੇ ਅੱਜ ਵਾਲਾ ਪ੍ਰੋਗਰਾਮ ਸਫਲ ਰਹਿੰਦਾ, ਔਰ ਏਕੇ ਦੀ ਜ਼ਰੂਰਤ ਹੈ ਪ੍ਰਵੀਨ ਜੀ। ਬਿਲਕੁਲ ਸਹੀ। ਕਿਸਾਨੀ ਮਸਲੇ ਲਈ ਵੀ, ਔਰ ਪੰਜਾਬ ਵੱਲੋਂ ਕੋਈ ਧਿਰ ਜਿਉਂਦੀ ਜਾਗਦੀ ਰਹੇ ਜਿਹੜੀ ਸੱਤਾ ਨੂੰ ਅੱਖਾਂ ਚ ਅੱਖਾਂ ਪਾ ਕੇ ਸਵਾਲ ਕਰਦੀ ਰਹੇ, ਉਹਦੇ ਲਈ ਇਹਨਾਂ ਦੀ ਹੋਂਦ ਚ ਰਹਿਣਾ ਜ਼ਰੂਰੀ ਆ। ਹਾਂ, ਮੈਂ ਪਹਿਲਾਂ ਵੀ ਗੱਲ ਕਰਦਾ ਰਿਹਾ, ਅੱਜ ਵੀ ਹੈ ਕਿ ਜਥੇਬੰਦੀਆਂ ਨੂੰ ਆਪਣੇ ਤਰੀਕੇ ਨੂੰ ਬਦਲਣਾ ਪੈਣਾ ਹੁਣ, ਅੰਦੋਲਨਕਾਰੀਆਂ ਨੂੰ ਉਸ ਤਰੀਕੇ ਦੇ ਨਾਲ ਜਿਹਦੇ ਨਾਲ ਲੋਕ ਤੁਹਾਡੇ ਨਾਲ ਆਉਣ। ਤੁਹਾਨੂੰ ਲੋਕਾਂ ਨੂੰ ਵੀ ਨਾਲ ਲੈਣਾ ਪੈਣਾ, ਲੋਕ ਮੁੱਦਿਆਂ ਨੂੰ ਵੀ ਨਾਲ ਲੈਣਾ ਪੈਣਾ ਜੀ। ਤੇ ਇਸ ਲਈ ਤੁਹਾਡਾ ਦੇਖਦੇ ਹਾਂ ਹੁਣ ਅੱਜ ਕੀ ਹੁੰਦਾ, ਪਰ ਅੱਜ ਏਕੇ ਦੀ ਆਸ ਹੈਗੀ ਜੀ। ਬਿਲਕੁਲ ਜੀ। ਇੱਕ ਤਾਂ ਤੁਸੀਂ ਜਿਵੇਂ ਪਹਿਲਾਂ ਕਿਹਾ ਵੀ ਉਹ ਕਹਿੰਦੇ ਪਰਮਿਸ਼ਨ ਲੈ ਕੇ ਧਰਨਾ ਲਾ ਲਓ, ਇੱਕ ਤਾਂ ਜਿਹੜੀ ਆਗਿਆ ਲੈ ਕੇ ਕੰਮ ਕੀਤਾ ਹੋਵੇ ਉਹ ਹੱਕ ਨਹੀਂ ਰਹਿੰਦਾ, ਉਹ ਹੱਕ, ਉਹ ਸਸਪੈਂਡਡ ਹੱਕ ਹੁੰਦਾ, ਇੱਕ ਸਸਪੈਂਡਡ ਰਾਈਟ ਹੁੰਦਾ ਜਿਹੜਾ ਇਸ ਤਰ੍ਹਾਂ ਕੀਤਾ ਜਾਵੇ। ਦੂਜਾ ਹੈ ਕਿ DC ਨੂੰ ਪੁੱਛਿਆ ਕਰਾਂਗੇ, DC ਸਾਹਿਬ ਤੁਹਾਡੇ ਮੂਹਰੇ ਧਰਨਾ ਲਾਉਣਾ ਮਨਜ਼ੂਰੀ ਦੇ ਦਿਓ ਜੀ। ਹਾਂਜੀ ਹਾਂਜੀ ਬਿਲਕੁਲ। MLA ਸਾਹਿਬ ਤੁਹਾਡੇ ਘਰ ਮੂਹਰੇ ਬੈਠਣਾ ਜੀ, ਮਾੜੀ ਜੀ ਮਨਜ਼ੂਰੀ ਦਿਓ ਜੀ, ਮਨਜ਼ੂਰੀ ਦੇ ਦਿਓ। ਹਾਂਜੀ, ਹੈ ਨਾ, ਏਦਾਂ ਹੋਇਆ ਕਰੂਗਾ। ਦੂਜੀ ਜਿਹੜੀ ਗੱਲ ਹੈ ਸ਼ਰਮਾ ਜੀ, ਉਹ ਇਹ ਹੈ ਕਿ ਦੋਨੇ ਧਿਰਾਂ ਇੱਕ ਤਾਂ ਹੋਈਆਂ ਨੇ, ਚਲੋ ਉਮੀਦ ਆਪਾਂ ਇਹੀ ਪ੍ਰਗਟਾਉਣੇ ਆ,
ਪੈਂਤੜੇਬਾਜ਼ੀ ਤੇ ਰਣਨੀਤੀ ਦੇ ਵਿੱਚ ਵੀ ਇਹਨਾਂ ਨੂੰ ਦੇਖਣਾ ਪਊਗਾ। ਲੋਕ ਟੁੱਟ ਰਹੇ ਨੇ, ਇਹ ਨਹੀਂ ਗੱਲ ਕਿ ਕਿਸਾਨ ਆਗੂਆਂ ਨੇ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਗਾ। ਜਿਹੜੇ ਸਰਕਾਰ ਨਾਲ ਗੱਲ ਕਰਨ ਬੈਠਦੇ ਨੇ ਉਹਨਾਂ ਨੂੰ ਸਾਰਾ ਕੁਝ ਪਤਾ ਲੱਗਦਾ, ਪਰ ਇਹਨਾਂ ਨੂੰ ਆਪਦੀਆਂ ਕਾਰਵਾਈਆਂ ਜਦੋਂ ਪਾਉਂਦੇ ਨੇ, ਰਾਹ ਰੋਕਦੇ ਨੇ, ਸਾਰਾ ਕੁਝ ਕਰਦੇ ਨੇ, ਲੋਕ ਟੁੱਟ ਰਹੇ ਨੇ। ਤੇ ਇਹਦਾ ਬੈਨੀਫਿਟ ਇਸ ਟਾਈਮ ਕੇਂਦਰ ਦੇ ਵਿੱਚ ਜਿਹੜੀ ਕਾਬਜ਼ ਧਿਰ ਆ ਉਹਨੂੰ ਸਿੱਧੇ ਤੌਰ ਤੇ ਹੋ ਰਿਹਾ, ਕਿਉਂਕਿ ਉਹ ਵਪਾਰੀਆਂ ਦੀ, ਹਿੰਦੂ ਵਰਗ ਦੀ ਤੇ ਦਲਿਤ ਭਾਈਚਾਰੇ ਦੀ ਲਾਮਬੰਦੀ ਜਾਂ ਪੋਲਰਾਈਜੇਸ਼ਨ, ਇਹਨਾਂ ਚੀਜ਼ਾਂ ਨੂੰ ਲੈ ਕੇ ਹਰਿਆਣੇ ਦੇ ਵਿੱਚ ਤੇ ਉਸ ਤੋਂ ਬਾਅਦ ਮਹਾਰਾਸ਼ਟਰ ਤੇ ਦਿੱਲੀ ਦੇ ਵਿੱਚ ਉਹ ਪ੍ਰਯੋਗ ਕਰ ਚੁੱਕੀ ਆ ਤੇ ਉਹਨਾਂ ਦਾ ਪ੍ਰਯੋਗ ਸਫਲ ਵੀ ਆ। ਬਿਲਕੁਲ 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 ਬਿਲਕੁਲ। ਤੇ ਅਗਲੀ ਗੱਲ ਕਰੀਏ ਤਿਹਾੜ ਜੇਲ੍ਹ ਦੀ। ਤਿਹਾੜ ਜੇਲ੍ਹ ਆਪਣੇ ਆਪ ਦੇ ਵਿੱਚ ਇੱਕ ਅਜਿਹਾ ਨਾ ਹੈ ਜਿਹ ਤੋਂ ਪਤਾ ਲੱਗਦਾ ਹੈ ਕਿ ਤਿਹਾੜ ਜੇਲ੍ਹ ਦੇ ਵਿੱਚ ਜਦੋਂ ਕੋਈ ਬੰਦਾ ਜਾਂਦਾ ਤੇ ਉਹਨੇ ਕੋਈ ਸੰਗੀਨ ਜੁਰਮ ਕੀਤਾ ਜਾਂ ਉਹਦੇ ਤੇ ਸੰਗੀਨ ਧਾਰਾਵਾਂ ਲੱਗੀਆਂ ਨੇ, ਕੋਈ ਵੱਡਾ ਉਹਦੇ ਤੋਂ ਕਾਰਾ ਹੋ ਗਿਆ। ਤਿਹਾੜ ਜੇਲ੍ਹ ਸੱਤਾ ਦਾ ਜਿਹੜਾ ਇੱਕ ਜ਼ੁਲਮ ਹੈ ਅਸਿੱਧੇ ਤਰੀਕੇ ਦੇ ਨਾਲ ਨਾਗਰਿਕਾਂ ਨੂੰ, ਉਹਨੂੰ ਵੀ ਪੇਸ਼ਕਾਰੀ ਕਰਦਾ ਉਹਦੀ ਵੀ। ਇਹ ਕਹਿੰਦੇ ਦਿੱਲੀ ਤੋਂ ਬਾਹਰ ਲਿਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਸਮਰੱਥਾ ਵੀ ਵਧਾਈ ਜਾਊਗੀ। ਹਾਂ ਬਿਲਕੁਲ ਜੀ। ਇਸ ਮੌਕੇ ਦਿੱਲੀ ਵਿੱਚ ਵੀ ਦਿੱਲੀ ਸਰਕਾਰ ਦਾ ਬਜਟ ਸੈਸ਼ਨ ਚੱਲ ਰਿਹਾ ਸੀਗਾ। ਬਜਟ ਸੈਸ਼ਨ ਹੁਣ ਨਵੀਂ ਬਣੀ ਉੱਥੋਂ ਦੀ ਮੁੱਖ ਮੰਤਰੀ ਸੀਮਾ ਗੁਪਤਾ ਹੈ ਨਾ, ਉਹਨਾਂ ਨੇ ਪੇਸ਼ ਕੀਤਾ। ਸੋ ਮੈਂ ਦੇਖ ਰਿਹਾ, ਰੇਖਾ ਗੁਪਤਾ ਮਾਫ ਕਰਨਾ, ਇਹਨਾਂ ਦਿੱਲੀ ਦੀ ਮੁੱਖ ਮੰਤਰੀ। ਸੋ ਉਹਨਾਂ ਨੇ ਪੇਸ਼ ਕੀਤਾ ਤੇ ਉਹਦੇ ਵਿੱਚ ਉਹ ਕਹਿੰਦੇ ਜੀ ਅਸੀਂ 1 ਲੱਖ ਕਰੋੜ ਦਾ ਆਪਣਾ ਬਜਟ ਪੇਸ਼ ਕੀਤਾ। ਇਸ 1 ਲੱਖ ਕਰੋੜ ਦੇ ਬਜਟ ਦੇ ਵਿੱਚ 10 ਕਰੋੜ ਦਾ ਬਜਟ ਅਸੀਂ ਜਿਹੜੀ ਕੇਂਦਰੀ ਜੇਲ੍ਹ ਆ ਤਿਹਾੜ ਜੇਲ੍ਹ, ਉਸ ਦੀ ਸ਼ਿਫਟਿੰਗ ਤੇ ਨਵੀਂ ਇਮਾਰਤ ਉਸਾਰੀ ਦੇ ਲਈ ਰੱਖਿਆ। ਸੋ ਇੱਥੋਂ ਤੈਅ ਹੋ ਗਿਆ ਕਿ ਲਗਭਗ ਤਿਹਾੜ ਜੇਲ੍ਹ ਨੂੰ ਦਿੱਲੀ ਦੇ ਰਹਿਸ਼ੀ ਖੇਤਰ ਚੋਂ ਜਾਂ ਭੀੜ ਭਾੜ ਵਾਲੇ ਇਲਾਕੇ ਚੋਂ ਕੱਢ ਕੇ ਆਊਟਰ ਦਿੱਲੀ ਚ ਲਿਜਾਣ ਦੀ ਤਿਆਰੀ ਹੈ। ਸੋ ਵੈਸੇ ਤਾਂ ਇਹਦੀ ਸਮਰੱਥਾ ਜਿਹੜੀ ਹੈਗੀ ਹੈ ਜਿਸ ਹਿਸਾਬ ਨਾਲ ਬਣੀ ਹੋਈ ਹੈ 10,000 ਕੈਦੀਆਂ ਦੀ ਹੈ, ਪਰ ਇਹਦੇ ਵਿੱਚ 19,000 ਤੋਂ ਵੱਧ ਕੈਦੀ ਨੇ। ਮਤਲਬ ਜੇ ਮੈਂ ਇਹਦੇ ਅੰਦਰ ਦੇ ਵਿੰਗਾਂ ਦੀ ਗੱਲ ਕਰਾਂ, 1 ਤੋਂ 9 ਤੱਕ ਦੀਆਂ ਜਿਹੜੀਆਂ ਅੰਦਰ ਦੀਆਂ ਜੇਲ੍ਹਾਂ ਨੇ ਇਹਦੇ ਅੰਦਰ ਹਨਾ, ਜਿਹੜੇ ਵਿੰਗ ਨੇ ਉਹਦੇ ਵਿੱਚ 5,000 ਕੈਦੀਆਂ ਦੀ ਸਮਰੱਥਾ 1 ਤੋਂ 9 ਵਾਲਿਆਂ ਚ, ਤੇ ਉਹ 5,000 ਵਾਲੀ ਕੈਦੀਆਂ ਚ 12,000 ਕੈਦੀ ਨੇ, ਤੇ ਟੋਟਲ 10,000 ਵਾਲੀ ਕੈਦੀਆਂ ਦੀ ਸਮਰੱਥਾ ਚ 19,000 ਤੋਂ ਵੱਧ ਕੈਦੀ ਨੇ। ਸੋ ਇਹ ਸਥਿਤੀ ਦੇ ਵਿੱਚ, ਔਰ ਇਹਦੇ ਵਿੱਚ ਵੀ ਕੀ ਹੁੰਦਾ ਕਿ ਜਿਹਨੂੰ ਕੋਈ ਜ਼ਿਆਦਾ ਖੂੰਖਾਰ ਲੜਾਕਾ ਜਾਂ ਜ਼ਿਆਦਾ VIP, ਉਹਨੂੰ ਫਿਰ ਵਧੀਆ ਸੈੱਲ ਇਕੱਲੇ ਨੂੰ ਦੇ ਦਿੱਤਾ ਜਾਂਦਾ ਇੱਕ, ਫਿਰ ਬਾਕੀ ਕਈ ਮਾਤੜ ਫਿਰ ਇੱਕੋ ਖੁੱਡੇ ਵਾਂਗ ਠੂਸ ਦਿੱਤੇ ਜਾਂਦੇ ਨੇ। ਸੋ ਉਸ ਸਥਿਤੀ ਦੇ ਲਈ ਵੀ ਮਸਲੇ ਹੈਗੇ ਨੇ। ਫਿਰ ਉਹ ਚ ਲੜਾਈਆਂ ਝਗੜਾ ਤਣਾਅ ਕੁੱਟਮਾਰ ਇਹ ਕਿੰਨਾ ਕੁਛ ਉੱਥੇ ਵਾਰਦਾਤਾਂ ਵੀ ਵਾਪਰਦੀਆਂ ਰਹਿੰਦੀਆਂ ਨੇ। ਹੁਣ ਇਸ ਲਈ ਕਹਿੰਦੇ ਕਿ ਅਸੀਂ ਬਜਟ ਰੱਖ ਲਿਆ, ਅਸੀਂ ਜਗ੍ਹਾ ਨਾਮਜ਼ਦ ਕਰਕੇ ਡਬਲ ਡੈਕਰ ਬਣਾਵਾਂਗੇ, ਮਤਲਬ 2 ਮੰਜ਼ਲੀ ਇਹ ਬਣੇਗੀ। ਔਰ ਇਹ ਤੋਂ ਵੀ ਅਹਿਮ ਗੱਲ ਠੀਕ ਹੈ ਜੀ, ਇਹ ਇਸ ਵਾਰ ਕਹਿੰਦੇ ਇਹਦੇ ਨਾਲ ਬਾਜ਼ਾਰ ਵੀ ਕ੍ਰੀਏਟ ਹੋਏਗਾ ਅੰਦਰ, ਕਿਉਂਕਿ ਕੈਦੀ ਅਕਸਰ ਕਿੰਨੇ ਹੀ ਮਹਾਰਤ ਰੱਖਦੇ ਨੇ ਕਈ ਚੀਜ਼ਾਂ ਦੀ, ਜਾਂ ਉੱਥੇ ਜਾ ਕੇ ਸਿੱਖਦੇ ਨੇ, ਕੋਈ ਕੁਰਸੀਆਂ ਬਣਾ, ਕੋਈ ਮੇਜ਼ ਬਣਾ, ਕੋਈ ਬਰਫੀ ਬਣਾ, ਕੋਈ ਨਮਕੀਨ ਬਣਾ, ਕੋਈ ਹੋਰ ਚੀਜ਼ਾਂ, ਕੋਈ ਕਢਾਈ ਕਰ, ਕੋਈ ਦਰੀ ਬਣਾ, ਕਿੰਨਾ ਕੁਛ ਚੀਜ਼ਾਂ ਹੁੰਦੀਆਂ ਨੇ। ਉਸ ਨੂੰ ਸਹੀ ਬਾਜ਼ਾਰ ਨਹੀਂ ਮਿਲਦਾ। ਬੇਸ਼ੱਕ ਅੱਜ ਤਾਂ ਆਨਲਾਈਨ ਦਾ ਯੁੱਗ ਹੈ, ਪਰ ਤਾਂ ਵੀ ਇਹ ਕਹਿੰਦੇ ਕਿ ਉੱਥੇ ਵੀ ਅੰਦਰ ਇੱਕ ਅਸੀਂ ਬਾਜ਼ਾਰ ਉਪਲਬਧ ਕਰਾਉਣ ਦੀ ਤਿਆਰੀ ਹੈ। ਇਹੋ ਜਿਹਾ ਕੋਈ ਨਵੀਂ ਤਕਨੀਕ ਦੇ ਹਿਸਾਬ ਨਾਲ ਇਹ ਨਵੀਂ ਜੇਲ੍ਹ ਖੜੀ ਹੋਣੀ ਹੈ। ਤੇ ਪਰ ਮੈਨੂੰ ਇੱਕ ਇਹ 'ਚੋਂ ਹੋਰ ਦ੍ਰਿਸ਼ ਵੀ ਦਿਖਦਾ, ਬੀਬੀ ਨਵੀਂ ਬਣੀ CM ਨਾ, ਹੁਣ ਕਹਿੰਦੀ ਜੀ ਅਸੀਂ ਆਹ ਫੜ ਲਏ ਜੀ ਮੁਹੱਲਾ ਕਲੀਨਿਕਾਂ ਦੇ ਕੱਪੜੇ। ਠੀਕ ਹੈ, ਵੈਸੇ ਰਾਸ਼ਟਰਪਤੀ ਤੋਂ ਮਨਜ਼ੂਰੀ ਮਿਲ ਗਈ ਸਿਸੋਦੀਆ ਤੇ ਇੱਧਰ ਹੈ ਨਾ ਸਤਿੰਦਰ ਜੈਨ ਵਾਲੇ ਮਾਮਲਿਆਂ 'ਚ ਇੱਕ ਨਵਾਂ, ਤੇ ਉਧਰ ਹਾਈ ਕੋਰਟ ਤੋਂ, ਦਿੱਲੀ ਹਾਈ ਕੋਰਟ ਤੋਂ ਮਨਜ਼ੂਰੀ ਮਿਲ ਗਈ ਕਿ ਸਾਈਨ ਬੋਰਡ ਵਾਲੇ ਮਾਮਲੇ 'ਚ ਕੇਜਰੀਵਾਲ ਤੇ ਸ਼ਰਾਬ ਘਟਾਲੇ 'ਚ ਸਾਰੇ ਘਿਰੇ ਨੇ। ਉਹ ਤੋਂ ਬਿਨਾਂ ਹੋਰ ਜਲ ਬੋਰਡ ਘਟਾਲਾ ਤੇ ਆ ਦਵਾਈਆਂ ਦਾ ਘਟਾਲਾ, ਕਿੰਨੇ ਹੀ ਮਸਲੇ ਨੇ। ਪਰ ਹੁਣ ਉਹ ਕਹਿੰਦੀ ਜੀ ਸਾਨੂੰ ਪਤਾ ਲੱਗਿਆ ਕਿ ਇਹਨਾਂ ਨੇ ਕਿੰਨੇ ਹੀ ਇੱਥੇ ਡੰਮੀ ਮੁਹੱਲਾ ਕਲੀਨਿਕ ਬਣਾਏ ਹੋਏ ਨੇ, ਮਤਲਬ ਸ਼ੈੱਡ ਵੀ ਪਿਆ, ਫੱਟਾ ਵੀ ਲੱਗਿਆ, ਨਾਮ ਵੀ ਲੱਗਿਆ, ਨਾ ਉਹ 'ਚ ਮਰੀਜ਼ ਆਏ, ਨਾ ਡਾਕਟਰ ਬੈਠੇ, ਨਾ ਕੁਛ ਹੋਏ। ਉਹ ਕਹਿੰਦੀ ਕਿ ਆਈ ਡਾਕਟਰਾਂ ਦੀ ਅਦਾਇਗੀ ਹੋਈ ਗਈ, ਆਈ ਨਕਲੀ ਪਰਚੀਆਂ ਬਣੀ ਗਈਆਂ, ਆਈ ਨਕਲੀ ਟੈਸਟ ਹੋਈ ਗਏ, ਆਈ ਪੈਸਾ ਜਾਈ ਗਿਆ। ਕਹਿੰਦੀ ਉਹ ਕਪੜਾ। ਠੀਕ ਹੈ, ਔਰ ਇਹ ਗੱਲਾਂ ਪਹਿਲਾਂ ਵੀ 1-2 ਵਾਰ ਉੱਠ ਚੁੱਕੀਆਂ। ਅਜਿਹੀਆਂ ਚਰਚਾਵਾਂ ਪੰਜਾਬ 'ਚ ਵੀ ਹੋਈਆਂ ਕਿ ਮਤਲਬ ਮਰੀਜ਼ 10 ਆਉਂਦੇ ਨੇ ਤੇ ਦਿਖਾਏ 100 ਜਾਂਦੇ ਨੇ, ਕਿਉਂਕਿ ਉਹ 'ਚੋਂ ਹਿੱਸਾ ਪੱਤਾ ਜਾਂਦਾ ਫਿਰ ਜਾਂਦਾ। ਬਿਲਕੁਲ ਸਹੀ, ਬਿਲਕੁਲ ਸਹੀ। ਸੋ ਇਹ ਮੁੱਦਾ ਇੱਥੇ ਵੀ ਬਣਿਆ, ਪਰ ਉਹ ਕਹਿੰਦੀ ਕਿ ਇੱਥੇ ਉਹ ਗਿਣਤੀ ਖਾਸੀ ਆ ਤੇ ਅਸੀਂ ਉਹ ਕਈ ਪਿੰਨ ਪੁਆਇੰਟ ਕਰ ਲਏ ਤੇ ਉਹਨਾਂ ਨੂੰ ਅਸੀਂ ਬੰਦ ਕਰ ਰਹੇ ਹਾਂ ਜੀ। ਤੇ ਜੇ ਮੁਹੱਲਾ ਕਲੀਨਿਕ ਬੰਦ ਹੋਣਗੇ ਤੇ ਉਹ ਵੀ ਇਸ ਦਾਇਰੇ 'ਚ ਆ ਕੇ ਕਿ ਘਪਲਾ ਹੈ, ਤਾਂ ਫਿਰ ਜਿਹਨਾਂ ਨੇ ਮੁਹੱਲਾ ਕਲੀਨਿਕ ਖੋਲੇ ਨੇ ਬੰਦ ਤਾਂ ਉਹ ਵੀ ਹੋਣਗੇ। ਤੇ ਉਹ ਕਿੱਥੇ ਬੰਦ ਹੋਣਗੇ? ਹੁਣ ਨਵੀਂ ਤਿਹਾੜ ਜੇਲ੍ਹ 'ਚ ਹੋ ਸਕਦਾ ਇਹਦੇ ਲਈ ਵੀ ਸੈੱਲ ਤਿਆਰ ਹੋ ਜਾਣ ਫਿਰ। ਬਿਲਕੁਲ ਜੀ, ਬਿਲਕੁਲ। ਸਰਕਾਰਾਂ ਜਦੋਂ ਬਦਲਦੀਆਂ ਨੇ ਨਾ ਸ਼ਰਮਾ ਜੀ, ਫਿਰ ਉਹ ਦਿਖਾਉਂਦੀਆਂ ਨੇ ਕਿ ਅਸੀਂ ਹੁਣ ਨਵੇਂ ਆ ਗਏ, ਅਸੀਂ ਉਹ ਤਰੀਕੇ ਇਮਾਨਦਾਰੀ ਵੀ ਦਿਖਾਉਂਦੀਆਂ ਨੇ ਕਿ ਅਸੀਂ ਇਮਾਨਦਾਰ ਹਾਂ ਜੀ। ਬਾਅਦ ਚੋਂ ਅਗਲੀ ਸਰਕਾਰ ਆ ਕੇ ਦੱਸਦੀ ਹੈ, ਫਿਰ ਉਹ ਇਹਨਾਂ ਦੀ ਵੀ ਦੱਸੂਗੀ ਜਦੋਂ ਇਹਨਾਂ ਦੀ ਵਾਰੀ ਆਉਣੀ ਹੈ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
ਬਹੁਤ ਸ਼ੁਕਰੀਆ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਆਪਣੇ ਨਾਲ ਜੁੜੇ ਸਨ ਪੰਜਾਬ ਤੋਂ ਸੀਨੀਅਰ ਪੱਤਰਕਾਰ, ਐਕਟਿਵਿਸਟ, ਪੰਜਾਬ ਦੇ ਮੁੱਦਿਆਂ ਤੇ ਬਾਕੀ ਦੇ ਨਾਲ ਵਿਸ਼ਲੇਸ਼ਣ ਕਰਨ ਵਾਲੇ, ਪਹਿਰੇਦਾਰੀ ਕਰਨ ਵਾਲੇ, ਪੰਜਾਬ ਦੀਆਂ ਸੜਕਾਂ ਤੇ ਧਰਨਿਆਂ ਦੇ ਵਿੱਚ ਜਾਣ ਵਾਲੇ ਦੀਪਕ ਸ਼ਰਮਾ ਚਨਾਰਥਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।